ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਨਾਲ ਅਸੀਂ ਰੋਜ਼ ਹੀ ਜੁੜਦੇ ਹਾਂ, ਬੈਠਦੇ ਹਾਂ, ਗੁਰੂ ਦੀਆਂ ਗੱਲਾਂ ਵਿਚਾਰਨ ਲਈ, ਸਾਂਝੀਆਂ ਕਰਨ ਲਈ, ਕੁਝ ਸਿੱਖਣ ਲਈ, ਕੁਝ ਸਿਖਾਉਣ ਲਈ, ਜੋ ਕੁਝ ਸਿੱਖਿਆ ਹੈ ਉਹ ਸਾਂਝਾ ਕਰਨ ਲਈ ਕੁਝ ਆਪ ਜੀ ਪਾਸੋਂ ਸਿੱਖਦੇ ਹਾਂ। ਇਸ ਵਿੱਚ ਹਰ ਸੋਮਵਾਰ ਅਸੀਂ ਸਵਾਲ ਜਵਾਬ ਦਾ ਸੈਸ਼ਨ ਰੱਖਦੇ ਹਾਂ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਇਹ ਸਵਾਲ ਜੋ ਆਪ ਜੀ ਭੇਜਦੇ ਹੋ, ਇਹ ਪੈਨਲ ਮੈਂਬਰਸ ਆਪਸੀ ਵਿਚਾਰ ਵਟਾਂਦਰਾ ਕਰਕੇ, ਡਿਸਕਸ਼ਨ ਕਰਕੇ ਉਹਦਾ ਉੱਤਰ ਕਾਮਨ ਉੱਤਰ ਬਣਾਉਂਦੇ ਹਨ ਤੇ ਉਹਨਾਂ ਵਿੱਚੋਂ ਹੀ ਕੋਈ ਮੈਂਬਰ ਉਹਦਾ ਜਵਾਬ ਦਿੰਦਾ ਹੈ। ਜਵਾਬ ਦਾ ਆਧਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਪੰਥ ਪੁਰਾਣ ਸਿੱਖ ਰਹਿਤ ਮਰਿਆਦਾ, ਪੁਰਾਤਨ ਰਹਿਤਨਾਮੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਮਹਾਨ ਕੋਸ਼, ਗੁਰੂ ਗ੍ਰੰਥ ਸਾਹਿਬ ਦਰਪਨ ਤੇ ਹੋਰ ਰਚਨਾਵਾਂ ਜੋ ਪੰਥ ਪ੍ਰਵਾਨਿਤ ਹਨ, ਉਹਨਾਂ ਦੇ ਆਧਾਰਿਤ ਹੁੰਦੇ ਹਨ। ਬਾਰ-ਬਾਰ ਇਹ ਵੀ ਬੇਨਤੀ ਕਰਦੇ ਹਾਂ ਕਿ ਜ਼ਰੂਰੀ ਬਾਤ ਨਹੀਂ ਹੈ ਕਿ ਸਾਡੇ ਦਿੱਤੇ ਹੋਏ ਜਵਾਬ ਨਾਲ ਸਵਾਲ ਕਰਤਾ ਦੀ ਪੂਰੀ ਤਸੱਲੀ ਹੋ ਜਾਏ। ਬੇਨਤੀ ਇਹੀ ਕਰਦੇ ਆ ਕਿ ਅਗਰ ਕੋਈ ਉਹਦੇ ਵਿੱਚ ਸ਼ੰਕਾ ਨਜ਼ਰ ਆਉਂਦਾ ਹੋਵੇ ਜਾਂ ਕੋਈ ਮਨ 'ਚ ਸ਼ੰਕਾ ਭਰਮ ਹੋਵੇ ਤਾਂ ਉਹ ਦੁਬਾਰਾ ਵੀ ਸਵਾਲ ਭੇਜਿਆ ਜਾ ਸਕਦਾ ਹੈ, ਜਾਂ ਅਸੀਂ ਸੈਸ਼ਨ ਤੋਂ ਬਾਅਦ ਵੀ ਉਹਦੀ ਵਿਚਾਰ ਕਰ ਸਕਦੇ ਹਾਂ। ਬਿਹਤਰ ਹੋਏਗਾ ਕਿ ਉਸ ਸਵਾਲ ਨੂੰ ਆਪਾਂ ਦੁਬਾਰਾ ਭੇਜ ਦਈਏ ਤਾਂ ਕਿ ਪੈਨਲ ਮੈਂਬਰਸ ਉਹਦੀ ਡਿਸਕਸ਼ਨ ਕਰਕੇ ਉਹਦਾ ਵਿਚਾਰ ਉਸ ਸਵਾਲ ਤੇ ਹੋਰ ਵਿਚਾਰ ਕਰ ਸਕਣ। ਇਸ ਸਵਾਲ ਜਵਾਬ ਸੈਸ਼ਨ ਦੀ ਸੇਵਾ ਸ਼ੁਰੂ ਤੋਂ ਹੀ ਸਾਡੇ ਵੱਡੇ ਵੀਰ ਜੀ ਸਾਹਿਬ ਰਾਜਾ ਸਿੰਘ ਜੀ ਉਹ ਨਿਭਾ ਰਹੇ ਹਨ। ਅੱਜ ਵੀ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਸਵਾਲ ਜਵਾਬ ਦਾ ਸੈਸ਼ਨ ਆਰੰਭ ਕਰਨ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ 'ਚ ਸਵਾਗਤ ਹੈ ਜੀ। ਤੋ ਸਵਾਲ ਜਵਾਬ ਦੇ ਜੋ ਪੈਨਲ ਦੇ ਮੈਂਬਰਸ ਨੇ, ਸਭ ਤੋਂ ਪਹਿਲੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤ ਨਾਲ ਆਪਣੀ ਫਤਿਹ ਸਾਂਝੀ ਕਰਨਗੇ ਜੀ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਨਮੋਹਨ ਸਿੰਘ ਜੀ। ਮਨਮੋਹਨ ਸਿੰਘ ਜੀ। ਸਰਦਾਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਗੀਰ ਸਿੰਘ ਜੀ ਤੁਸੀਂ ਫਤਿਹ ਸਾਂਝੀ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਹਿਬ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਿੰਦਰ ਕੌਰ ਜੀ। ਸਤਜਿੰਦਰ ਸਿੰਘ ਜੀ ਅਜੇ ਸ਼ਾਇਦ ਜੁਆਇਨ ਨਹੀਂ ਕੀਤੇ, ਆਸ ਹੈ ਜੀ ਜਲਦੀ ਜੁਆਇਨ ਕਰ ਲੈਣਗੇ। ਸਤ ਸੰਗਤ ਜੀ ਕਰ ਲਿਆ ਜੁਆਇਨ ਜੀ। ਅੱਛਾ, ਸਤਜਿੰਦਰ ਸਿੰਘ ਜੀ ਫਤਿਹ ਸਾਂਝੀ ਕਰੋ ਜੀ ਸੰਗਤ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸਤ ਸੰਗਤ ਜੀ ਆਓ ਆਪਾਂ ਵਾਹਿਗੁਰੂ ਜੀ ਕੀ ਫਤਿਹ। ਸਵਾਲ। ਹਾਂਜੀ ਵਾਹਿਗੁਰੂ ਖਾਲਸਾ ਜੀ ਤੇ ਭੈਣ ਜੀ ਆ ਗਏ ਜੀ। ਸਵਾਗਤ ਹੈ ਭੈਣ ਜੀ ਆਪ ਜੀ ਦਾ ਵੀ। ਤੋ ਆਓ ਸਤ ਸੰਗਤ ਜੀ, ਜੋ ਸਵਾਲ ਆਪ ਜੀ ਨੇ ਭੇਜੇ ਹਨ ਵੱਖ-ਵੱਖ ਵਿਸ਼ਿਆਂ ਤੇ ਸਵਾਲ ਨੇ, ਤੇ ਤਕਰੀਬਨ ਇਹ ਇੱਕ ਸਵਾਲ ਜੋ ਹੈ ਉਹ ਸ਼ਬਦ ਦੇ ਨਾਲ ਸੰਬੰਧ ਰੱਖਦਾ ਹੈ, ਬਾਕੀ ਸਾਰੇ ਜਿਹੜੇ ਨੇ ਉਹ ਤਕਰੀਬਨ ਫਿਲਾਸਫੀ, ਮੈਂ ਕਹਿ ਸਕਾਂਗਾ ਕਿ ਫਿਲਾਸਫੀਕਲ ਸਵਾਲ ਨੇ। ਇੱਕ ਸਵਾਲ ਜਿਹੜਾ ਬੜਾ ਅਹਿਮ ਹੈ ਸਾਡੇ ਕੋਲ, ਉਹ ਪਿੱਛੇ ਪੈਂਡਿੰਗ ਰਹਿ ਗਿਆ ਸੀਗਾ, ਉਹ ਸਭ ਤੋਂ ਪਹਿਲੇ ਆਪਾਂ ਲਵਾਂਗੇ।
ਉਹ ਹੈ ਜਪਜੀ ਸਾਹਿਬ ਜੀ ਦੀ ਬਾਣੀ ਬਾਰੇ, ਕਿਉਂਕਿ ਜਪਜੀ ਸਾਹਿਬ ਦੀ ਬਾਣੀ ਮਤਲਬ ਹੈ ਵੀ ਇਹਦੀ ਜੋ ਇੰਪੋਰਟੈਂਸ ਹੈ ਇਹ ਕੋਈ ਦੱਸਣ ਦੀ ਲੋੜ ਨਹੀਂ ਹੈ। ਪਰ ਫਿਰ ਵੀ ਜਿਹੜੇ ਸਵਾਲਕਰਤਾ ਨੇ ਉਹਨਾਂ ਨੇ ਜਿਹੜਾ ਸਵਾਲ ਪਾਇਆ, ਸਵਾਲ ਇਹ ਹੈ ਕਿ ਜਪਜੀ ਸਾਹਿਬ ਦੀ ਬਾਣੀ ਕਦੋਂ ਤੇ ਕਿੱਥੇ ਉਚਾਰੀ ਗਈ। ਤੇ ਮੈਂ ਵੀਰ ਪ੍ਰਭ ਕੀਰਤਨ ਸਿੰਘ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਇਹਦੇ ਬਾਰੇ ਥੋੜਾ ਵਿਸਥਾਰ ਦੱਸੋ, ਜਪਜੀ ਸਾਹਿਬ ਜੀ ਦੀ ਕਿਉਂਕਿ ਬਹੁਤ ਮਹੱਤਤਾ ਹੈ। तो ਇਹਦੇ ਲਈ ਆਪ ਜੀ ਕਿਰਪਾ ਕਰਕੇ ਸਾਨੂੰ ਜਿਹੜਾ ਸਵਾਲਕਰਤਾ ਦਾ ਸਵਾਲ ਹੈ ਕਿ ਕਦੋਂ ਤੇ ਕਿੱਥੇ ਉਚਾਰੀ, ਇਹਦੇ ਨਾਲ ਸਾਨੂੰ ਇਸ ਬਾਣੀ ਦੀ ਮਹੱਤਤਾ ਬਾਰੇ ਕੁਝ ਚਾਨਣ ਪਾਓ ਜੀ। ਵੀਰ ਪ੍ਰਭ ਕੀਰਤਨ ਸਿੰਘ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਰਚਨਾ ਦੇ ਕਾਲ ਤੇ ਸਥਾਨ ਬਾਰੇ ਕੋਈ ਸਪਸ਼ਟ ਜ਼ਿਕਰ ਇਤਿਹਾਸ ਦੇ ਵਿੱਚ ਸਾਨੂੰ ਮਿਲਦਾ ਨਹੀਂ ਹੈ ਜੀ। ਆਮ ਤੌਰ ਤੇ ਵਿਦਵਾਨ ਇਸ ਦਾ ਰਚਨਾ ਕਾਲ ਜਿਹੜਾ ਹੈ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਖਰੀ ਸਮੇਂ ਦੌਰਾਨ ਮੰਨਦੇ ਹਨ, ਜਦੋਂ ਆਪ ਕਰਤਾਰਪੁਰ ਵਿੱਚ ਨਿਵਾਸ ਕਰ ਰਹੇ ਸਨ। ਇਸ ਪਿੱਛੇ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਇਹ ਰਚਨਾ ਉਦੋਂ ਹੋਣ ਦੀ ਚਾਹੀ ਕਿਉਂਕਿ ਇਸ ਬਾਰੇ ਭਾਈ ਗੁਰਦਾਸ ਜੀ ਨੇ ਪਹਿਲੀ ਵਾਰੀ ਨਿਤਨੇਮ ਦਾ ਹਿੱਸਾ ਬਣਨ ਬਾਰੇ ਜ਼ਿਕਰ ਜੋ ਕੀਤਾ ਹੈ ਉਹ ਕਰਤਾਰਪੁਰ ਦੇ ਨਾਲ ਹੀ ਸੰਬੰਧਿਤ ਕਰਕੇ ਕੀਤਾ ਹੈ। ਤੋ ਇਸ ਕਰਕੇ ਇਹ ਆਮ ਤੌਰ ਤੇ ਧਾਰਨਾ ਬਣਾਈ ਜਾਂਦੀ ਹੈ ਕਿ ਇਹ ਕਰਤਾਰਪੁਰ ਦੇ ਵਿੱਚ ਉਚਾਰੀ ਗਈ। ਦੂਜਾ ਇੱਕ ਹੋਰ ਫੈਕਟ ਸਾਨੂੰ ਜਪਜੀ ਸਾਹਿਬ ਦਾ ਧਿਆਨ ਦੇਣ ਯੋਗ ਹੈ ਕਿ ਜਪਜੀ ਸਾਹਿਬ ਦਾ ਜੋ ਆਖਰੀ ਸ਼ਲੋਕ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਨਾ 146 ਤੇ ਮਹਿਲਾ ਦੂਜਾ ਦੇ ਸਿਰਲੇਖ ਹੇਠ ਵੀ ਅੰਕਿਤ ਹੈ। ਤੋ ਇਹ ਤੱਥ ਨੂੰ ਸਾਹਮਣੇ ਰੱਖ ਕੇ ਹੀ ਸ਼ਾਇਦ ਇੱਕ ਇਹ ਰਵਾਇਤ ਵੀ ਚੱਲ ਪਈ ਹੈ। ਕੁਝ ਪੁਰਾਤਨ ਇਤਿਹਾਸਕ ਹਵਾਲੇ ਵੀ ਇਹਦੇ ਬਾਰੇ ਬਣ ਗਏ ਹਨ। ਕੁਝ ਲੋਕਾਂ ਨੇ ਕਾਫੀ ਸਮਾਂ ਪਹਿਲੇ ਵੀ ਇਹਦੇ ਬਾਰੇ ਜ਼ਿਕਰ ਕੀਤਾ ਹੈ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀਆਂ 94 ਰਚਨਾਵਾਂ ਨੂੰ ਇਕੱਤਰ ਕਰਕੇ ਗੁਰੂ ਅੰਗਦ ਦੇਵ ਜੀ ਨੇ ਇਹ ਜੋ ਜਪਜੀ ਸਾਹਿਬ ਵਾਲੀ ਸ਼ਕਲ ਦਿੱਤੀ, ਇਹ ਮੌਜੂਦਾ ਸਰੂਪ ਦਿੱਤਾ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੁਪਰਵਿਜ਼ਨ ਹੇਠ ਦਿੱਤਾ। ਇਹ ਕਿਹਾ ਜਾਂਦਾ ਹੈ, ਇਹ ਕੁਝ ਵਿਦਵਾਨਾਂ ਦਾ ਇਹ ਮਤ ਵੀ ਹੈ। ਪਰ ਸਾਨੂੰ ਇਹ ਗੱਲ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਸਿਰਫ ਰਵਾਇਤਾਂ ਹੀ ਹਨ, ਇਹਨਾਂ ਬਾਰੇ ਕੋਈ ਪ੍ਰਮਾਣਿਕ ਸਮਕਾਲੀ ਹਵਾਲੇ ਜਾਂ ਸਬੂਤ ਨਹੀਂ ਮਿਲਦੇ। ਇੱਕ ਸਿੱਖ ਲਈ ਜਪਜੀ ਸਾਹਿਬ ਦਾ ਰਚਨਾ ਕਾਲ ਮਹੱਤਵਪੂਰਨ ਆਪਣੇ ਆਪ ਦੇ ਵਿੱਚ ਨਹੀਂ ਹੈ, ਸਗੋਂ ਮਹੱਤਵਪੂਰਨ ਇਹ ਗੱਲ ਹੈ ਕਿ ਇਸ ਵਿੱਚ ਦਿੱਤੇ ਗਏ ਉਪਦੇਸ਼ ਕੀ ਹਨ। ਇਹ ਬਾਣੀ ਦੀ ਜੋ ਮਹਾਨਤਾ ਹੈ ਇਹ ਬਹੁਤ ਵੱਡੀ ਸਿੱਖ ਧਰਮ ਦੇ ਵਿੱਚ ਮੰਨੀ ਗਈ ਹੈ। ਸਭ ਤੋਂ ਪਹਿਲੇ ਦਰਜ ਹੈ, ਇਸੇ ਤੋਂ ਹੀ ਉਜਾਗਰ ਹੋ ਜਾਂਦੀ ਹੈ। ਇਹ ਬਾਣੀ ਨਿਤਨੇਮ ਦੇ ਵਿੱਚ ਵੀ ਸ਼ਾਮਿਲ ਹੈ, ਅੰਮ੍ਰਿਤ ਦੀਆਂ ਬਾਣੀਆਂ ਦਾ ਵੀ ਹਿੱਸਾ ਹੈ। ਇਹ ਸਾਰੀਆਂ ਚੀਜ਼ਾਂ ਇਸ ਬਾਣੀ ਦੀ ਜੇ ਆਪਾਂ ਕਹੀਏ ਕਿ ਬਹੁਤ ਉੱਚੀ ਮਹੱਤਤਾ ਨੂੰ ਦਰਸਾਉਂਦਾ ਹੈ ਜੀ। ਤੋ ਬਹੁਤ ਸਾਰੇ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਜਪਜੀ ਸਾਹਿਬ ਦੀ ਵਿਆਖਿਆ ਮਾਤਰ ਹੀ ਹੈ। ਭਾਵੇਂ ਇਹ ਉਹਨਾਂ ਦਾ ਵਿਚਾਰ ਹੀ ਹੈ ਤੇ ਇਹਦੇ ਬਾਰੇ ਅਸੀਂ ਕੋਈ ਇਹਨੂੰ ਪੂਰੀ ਤਰ੍ਹਾਂ ਸਹੀ ਨਹੀਂ ਕਹਿ ਸਕਦੇ, ਪਰ ਇਹ ਗੱਲ ਬਹੁਤ ਸਾਰੇ ਵਿਦਵਾਨ ਕਹਿੰਦੇ ਹਨ ਤੇ ਇਸ ਤੋਂ ਇਹਦੀ ਮਹੱਤਤਾ ਤਾਂ ਉਜਾਗਰ ਹੋ ਹੀ ਜਾਂਦੀ ਹੈ ਕਿ ਹਰ ਉਹ ਵਿਦਵਾਨ ਇਸ ਨੂੰ ਕਿੰਨਾ ਮਹਾਨ ਮੰਨਦੇ ਹਨ। ਸਾਡੇ ਲਈ ਰਚਨਾ ਕਾਲ ਇੱਕ ਦਿਲਚਸਪੀ ਦਾ ਵਿਸ਼ਾ ਤਾਂ ਜ਼ਰੂਰ ਹੋ ਸਕਦਾ ਹੈ, ਪਰ ਸਾਡਾ ਅਸਲ ਜਿਹੜਾ ਸਰੋਕਾਰ ਹੈ ਉਹ ਜਪਜੀ ਸਾਹਿਬ ਦੇ ਵਿਚਲੀ ਸਿੱਖਿਆ ਨੂੰ ਸਮਝਣਾ, ਧਾਰਨ ਕਰਨਾ ਤੇ ਜੀਵਨ ਦੇ ਵਿੱਚ ਢਾਲਣਾ ਹੈ। ਸਾਰੇ ਗੁਰੂ ਸਾਹਿਬਾਨ ਸਿੱਖਾਂ ਲਈ ਜਪਜੀ ਸਾਹਿਬ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਰਹੇ ਹਨ। ਪੁਰਾਤਨ ਸਾਹਿਤ ਵਿੱਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਅਜਿਹੇ ਬਚਨ ਵੀ ਮਿਲਦੇ ਹਨ ਕਿ ਜਿਸ ਪਾਸ ਜਪ ਨਿਸ਼ਾਨ ਹੋਵੇਗਾ ਉਸ ਨੂੰ ਦਰਗਾਹ ਵਿੱਚ ਢੋਈ ਮਿਲੇਗੀ। ਤੋ ਇਸ ਦਾ ਅਰਥ ਇਹੀ ਹੈ ਕਿ ਜਿਸ ਸਿੱਖ ਦੇ ਜੀਵਨ ਵਿੱਚ ਜਪਜੀ ਸਾਹਿਬ ਦੇ ਉਪਦੇਸ਼ ਧਾਰਨ ਕੀਤੇ ਹੋਣਗੇ ਤੇ ਜਦੋਂ ਸਿੱਖ ਦਾ ਜੀਵਨ ਜਪਜੀ ਸਾਹਿਬ ਦੇ ਉਪਦੇਸ਼ਾਂ ਦੀ ਕਸਵੱਟੀ ਤੇ ਪੂਰਾ ਉਤਰੇਗਾ ਉਹ ਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਹੋਵੇਗਾ। ਤੋ ਜਪਜੀ ਸਾਹਿਬ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਸਾਰੇ ਗੁਰੂ ਸਾਹਿਬਾਨ ਨੇ ਉਦਮ ਕੀਤੇ। ਚੌਥੇ ਪਾਤਸ਼ਾਹ ਨੇ ਤਾਂ ਜਪਜੀ ਸਾਹਿਬ ਦੇ ਗੁਟਕੇ ਇੰਨੀ ਭਾਰੀ ਗਿਣਤੀ ਵਿੱਚ ਲਿਖਵਾਏ ਤੇ ਸੰਗਤ ਤੱਕ ਪਹੁੰਚਾਏ ਕਿ ਕਈ ਥਾਂ ਇਸ ਦਾ ਨਾਮ ਜਪ ਰਾਮਦਾਸ ਵੀ ਕਹਿ ਦਿੱਤਾ ਜਾਂਦਾ ਹੈ। ਭਾਵ ਉਹ ਬਾਣੀ, ਉਹ ਜਪ ਬਾਣੀ ਜਿਸ ਦਾ ਪ੍ਰਚਾਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਕਰਦੇ ਹਨ। ਇਹ ਸਾਰੀਆਂ ਗੱਲਾਂ ਇਸੇ ਸੱਚ ਨੂੰ ਉਜਾਗਰ ਕਰਦੀਆਂ ਹਨ ਕਿ ਸਾਡਾ ਅਸਲ ਸਰੋਕਾਰ ਜਪਜੀ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਵਿੱਚ ਧਾਰਨ ਕਰਨ ਤੇ ਜ਼ੋਰ ਦੇਣ ਦਾ ਹੈ।
ਆਓ ਅਸੀਂ ਜਪਜੀ ਸਾਹਿਬ ਦੇ ਉਪਦੇਸ਼ ਨੂੰ ਸਮਝੀਏ, ਅਪਣਾਈਏ ਤੇ ਅਮਲੀ ਜੀਵਨ ਵਿੱਚ ਧਾਰਨ ਕਰਨ ਲਈ ਯਤਨਸ਼ੀਲ ਹੋਈਏ ਤੇ ਸਤਿਗੁਰੂ ਜੀ ਪਾਸੋਂ ਅਸੀਸ ਮੰਗੀਏ ਕਿ ਸਾਨੂੰ ਇਹ ਸਮਰੱਥਾ, ਬਲ ਤੇ ਉਦਮ ਦੇਣ ਕਿ ਅਸੀਂ ਜੋ ਸਤਿਗੁਰੂ ਜੀ ਦੇ ਉਪਦੇਸ਼ ਹਨ ਇਸ ਪਵਿੱਤਰ ਤੇ ਅਮੋਲਕ ਬਾਣੀ ਦੇ ਵਿੱਚ ਉਹਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਸਕੀਏ, ਤਾਂ ਹੀ ਸਾਡਾ ਜੀਵਨ ਸਫਲ ਹੋਣ ਵੱਲ ਚੱਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਬੜੀਆਂ ਅਹਿਮ ਗੱਲਾਂ ਜਿਹੜੀਆਂ ਨੇ ਉਹ ਜਪਜੀ ਸਾਹਿਬ ਬਾਰੇ ਸਾਨੂੰ ਦੱਸੀਆਂ ਨੇ। ਬਹੁਤ ਬਹੁਤ ਧੰਨਵਾਦ ਹੈ ਜੀ। ਜਪਜੀ ਸਾਹਿਬ ਦੀ ਬਾਣੀ ਦੇਖੋ ਐਸੀ ਬਾਣੀ ਹੈ ਜਿਹੜੀ ਬਚਪਨ ਤੋਂ ਲੈ ਕੇ ਹਰੇਕ ਜਿਹੜਾ ਗੁਰੂ ਨਾਨਕ ਨਾਮ ਲਿਆ, ਬਚਪਨ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਇੱਕ ਬਾਣੀ ਜਿਹੜੀ ਨਿਤ ਪੜ੍ਹੀ ਜਾਂਦੀ ਉਹ ਜਪਜੀ ਸਾਹਿਬ ਹੈ। ਔਰ ਅਸੀਂ ਆਪੋ ਆਪਣੇ ਵੀ ਝਾਤੀ ਮਾਰੀ ਹੈ ਤੇ ਬਚਪਨ ਤੋਂ ਹੀ ਸਾਡੇ ਮਾਤਾ ਪਿਤਾ ਨੇ ਇੱਥੋਂ ਸ਼ੁਰੂ ਕਰਾਇਆ ਹੋਏਗਾ ਕਿ ਜਪਜੀ ਸਾਹਿਬ ਦੀ ਪਾਠ ਕਰੋ। ਤੋ ਵਾਕਈ ਇਸ ਬਾਣੀ ਤਾਂ ਸਾਰੀ ਮਹੱਤਵਪੂਰਨ ਹੈ, ਪਰ ਜਪਜੀ ਸਾਹਿਬ ਜਿਹੜੀ ਹੈ ਜਿਵੇਂ ਵੀਰ ਜੀ ਨੇ ਦੱਸਿਆ ਵੀ ਪ੍ਰਾਰੰਭ ਚ ਆਈ ਹੈ, ਔਰ ਉਂਝ ਵੀ ਇਹ ਜਿਹੜੀ ਹੈ ਇਹਦੀ ਗੁਰੂ ਨਾਨਕ ਨਾਮ ਲੇਵਾਵਾਂ ਦੇ ਵਿੱਚ ਬਾਕੀ ਕੋਈ ਬਾਣੀ ਕਿਸੇ ਨੂੰ ਯਾਦ ਹੋਵੇ ਨਾ ਹੋਵੇ, ਜਪਜੀ ਸਾਹਿਬ ਦੀ ਬਾਣੀ ਤਕਰੀਬਨ ਹਰ ਗੁਰੂ ਨਾਨਕ ਨਾਮ ਲੇਵਾ ਨੂੰ ਯਾਦ ਹੁੰਦੀ ਹੈ। ਇਸ ਬਾਣੀ ਦਾ ਮਹੱਤਵ ਇੱਥੋਂ ਹੀ ਪਤਾ ਲੱਗਦਾ ਹੈ। ਤੋ ਇੱਕ ਗੱਲ ਜਿਹੜੀ ਹੋਰ ਜਪਜੀ ਸਾਹਿਬ ਚ ਕਿ ਤੇ ਰਾਗ, ਕਿਉਂਕਿ ਬਾਣੀ ਸਾਰੀ ਰਾਗਾਂ ਚ ਹੈ, ਜਪਜੀ ਸਾਹਿਬ ਤੇ ਰਾਗ ਨਹੀਂ ਹੈ। ਇਹਦੇ ਬਾਰੇ ਵੀ ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ, ਪ੍ਰਭ ਕੀਰਤਨ ਸਿੰਘ ਜੀ ਨੂੰ, ਬਈ ਆਉਂਦੇ ਕਿਸੇ ਸਮੇਂ ਵਿੱਚ ਇਹ ਵੀ ਸਾਨੂੰ ਦੱਸਣਗੇ ਵੀ ਆਇਆ ਇਹਦੇ ਤੇ ਰਾਗ ਨਹੀਂ ਹੈ ਤੇ ਇਹਦੀ ਕੋਈ ਖਾਸ ਗੱਲ ਹੈ ਜਾਂ ਕੋਈ ਹੋਰ ਐਸੀ ਗੱਲ ਹੈ। ਇਹ ਵੀ ਜਿਹੜੀ, ਕਿਉਂਕਿ ਕਈ ਵਾਰੀ ਮਨ ਚ ਖਿਆਲ ਆਉਂਦਾ ਔਰ ਕਈ ਸੱਜਣੇ ਇਸ ਬਾਰੇ ਪੁੱਛਦੇ ਵੀ ਨੇ। ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਆਉਂਦੇ ਸਮੇਂ ਸਾਨੂੰ ਕਿਰਪਾ ਕਰਕੇ ਇਸ ਨੁਕਤੇ ਤੇ ਵੀ ਚਾਨਣਾ ਪਾਉਣਗੇ। ਤੇ ਇੱਕ ਵਾਰੀ ਫਿਰ ਧੰਨਵਾਦ ਕਰਦਾ ਹੋਇਆ ਮੈਂ ਅਗਲੇ ਸਵਾਲ ਵੱਲ ਚੱਲਦਾ ਜੀ। ਅਗਲਾ ਸਵਾਲ ਜਿਹੜਾ ਹੈ ਉਹ ਸੰਗਤ ਵਿੱਚੋਂ ਭੈਣ ਤੇਜਿੰਦਰ ਕੌਰ ਜੀ ਨੇ ਕੀਤਾ ਸੀ। ਤੋ ਉਹ ਪੁੱਛਦੇ ਨੇ ਕਿ ਭਗਤ ਰਵਿਦਾਸ ਜੀ ਦਾ ਉਚਾਰਿਆ ਸ਼ਬਦ ਹੈ ਕਿ ਮਾਧਵੇ ਤੁਮ ਨਹੀਂ ਤੋਰੋ ਤੋ ਹਮ ਨਹੀਂ ਤੋਰੈ। ਉਹਨਾਂ ਦਾ ਖਦਸ਼ਾ ਇਹ ਹੈ, ਉਹਨਾਂ ਦਾ ਸਵਾਲ ਇਹ ਹੈ ਜੀ ਕਿ ਕਿਆ ਪ੍ਰਭੂ ਵੀ ਤੋੜਦਾ ਹੈ। ਤੋ ਅਸੀਂ ਬੇਨਤੀ ਕੀਤੀ ਵੀ MP ਸਿੰਘ ਜੀ ਨੂੰ ਵੀ ਕਿਰਪਾ ਕਰੋ ਬਈ ਇਹਦੇ ਬਾਰੇ ਸਾਨੂੰ ਚਾਨਣਾ ਪਾਓ ਕਿ ਇਹ ਆਇਆ ਜਿਹੜਾ ਇਹ ਤੁਕ ਹੈਗੀ ਹੈ ਗੁਰਬਾਣੀ ਦੀ ਕਿ ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ, ਬਈ ਇਹ ਕਿਹੋ ਜਿਹਾ ਪ੍ਰਭਾਵ ਦਿੰਦੀ ਹੈ, ਜਾਂ ਜਿਹੜਾ ਭੈਣ ਜੀ ਨੇ ਸਾਨੂੰ ਸਵਾਲ ਕੀਤਾ ਹੈ ਵੀ ਕਿਆ ਇਹਦਾ ਮਤਲਬ ਹੈ ਵੀ ਰੱਬ ਵੀ ਤੋੜਦਾ ਹੈ ਕਿ ਨਹੀਂ ਤੋੜਦਾ, ਜਾਂ ਇਸ ਤੁਕ ਨੂੰ ਕਿਸ ਤਰ੍ਹਾਂ ਇਹਦਾ ਅਰਥ ਜਿਹੜਾ ਨਿਕਲਣਾ ਚਾਹੀਦਾ ਜਾਂ ਨਿਕਲਦਾ ਹੈ। ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ ਵੀਰ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो जिस तरह सवाल वीर जी ने पढ़ के सुनाया है कि जिवें भैन जी ने पूछा है ਉਹਦੇ ਤੋਂ ਹੀ ਇੱਕ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਪ੍ਰਸ਼ਨਕਰਤਾ ਦੇ ਮਨ ਵਿੱਚ ਵੀ ਇਹ ਵਿਚਾਰਦਾ ਹੈ ਕਿ ਪਰਮਾਤਮਾ ਨਹੀਂ ਤੋੜ ਸਕਦਾ। ਇਹ ਕੁਝ ਗੱਲ ਜਚਦੀ ਨਹੀਂ ਹੈ। ਇਹ ਗੁਰਬਾਣੀ ਹੋਰ ਅਨੇਕਾਂ ਸ਼ਬਦ ਨੇ ਇੱਥੇ ਪਰਮਾਤਮਾ ਦੀ ਸਿਫਤਾਂ ਕਰਦੇ ਹੋਇਆ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਪਰਮਾਤਮਾ ਬਖਸ਼ਿੰਦ ਹੈ, ਪਰਮਾਤਮਾ ਭੁੱਲਿਆ ਹੋਇਆਂ ਨੂੰ ਵੀ ਬਖਸ਼ ਕੇ ਉਹਨਾਂ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ, ਜਿਹੜਾ ਵੀ ਉਹਦੀ ਸ਼ਰਨ ਵਿੱਚ ਪੈਂਦਾ ਹੈ ਉਹਨੂੰ ਕੰਠ ਨਾਲ ਲਾ ਲੈਂਦਾ ਹੈ, ਉਹਦਾ ਬਿਰਧ ਹੈ। ਤਾਂ ਪਰਮਾਤਮਾ ਤੇ ਦਿਆਲੂ ਹੈ, ਸਾਡੀਆਂ ਭੁੱਲਾਂ ਨੂੰ ਵੀ ਨਹੀਂ ਚਿਤਾਰ ਕੇ ਸਾਡੇ ਉੱਤੇ ਕਿਰਪਾ ਬਖਸ਼ਿਸ਼ ਕਰਦਾ ਹੀ ਰਹਿੰਦਾ ਹੈ। ਤੇ ਉਹ ਕਿਸੇ ਨਾਲੋਂ ਆਪਣੇ ਜਿਹੜੇ ਸਾਰੇ ਇਨਸਾਨ ਨੇ ਉਹ ਸਾਰੇ ਇਨਸਾਨ ਪਰਮਾਤਮਾ ਦੇ ਹੀ ਬੱਚੇ ਹਨ। ਪਰਮਾਤਮਾ ਸਾਡਾ ਸਭ ਦਾ ਸਾਂਝਾ ਮਾਤਾ ਪਿਤਾ ਹੈ ਤੇ ਮਾਤਾ ਪਿਤਾ ਆਪਣੇ ਬੱਚੇ ਨਾਲ ਪਿਆਰ ਦਾ ਰਿਸ਼ਤਾ ਤੋੜ ਲੈਣ, ਇਹ ਤੇ ਦੁਨਿਆਵੀ ਰਿਸ਼ਤੇ 'ਚ ਵੀ ਬੜੀ ਨਾਮੁਮਕਿਨ ਜੀ ਗੱਲ ਲੱਗਦੀ ਹੈ। ਤੇ ਪਰਮਾਤਮਾ ਦੇ ਵਾਸਤੇ ਤਾਂ ਇਹ ਗੱਲ ਸੋਚਣੀ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਪਰ ਇਹ ਤੋੜਨ ਦੀ ਗੱਲ ਆਉਂਦੀ ਕਿੱਥੋਂ ਹੈ? ਉਹ ਇਸ ਕਰਕੇ ਕਿ ਵੀ ਜਿਹੜੀ ਇਸ ਸ਼ਬਦ ਦੀ ਰਾਓ ਦੀ ਪੰਕਤੀ ਹੈ, ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਓ ਤੋਰ ਕਵਨ ਸਿਓ ਜੋਰੈ। ਇਹਦੇ ਆਮ ਤੌਰ ਤੇ ਸਾਨੂੰ ਜੋ ਟੀਕਿਆਂ ਦੇ ਵਿੱਚ ਅਰਥ ਕੀਤੇ ਹੋਏ ਮਿਲਦੇ ਹਨ ਉਹ ਇਹ ਮਿਲਦੇ ਹਨ ਕਿ ਹੇ ਪਰਮਾਤਮਾ, ਜੇ ਤੁਸੀਂ ਸਾਡੇ ਨਾਲ ਪਿਆਰ ਦਾ ਰਿਸ਼ਤਾ ਨਹੀਂ ਤੋੜੋਗੇ ਤਾਂ ਅਸੀਂ ਵੀ ਨਹੀਂ ਤੋੜਾਂਗੇ। ਤੇ ਅਗਲੀ ਲਾਈਨ ਦੇ ਅਰਥ ਕੀਤੇ ਜਾਂਦੇ ਹਨ ਕਿ ਬਈ ਤੁਸੀਂ ਤੁਹਾਡੇ ਨਾਲ ਤੋੜ ਕੇ ਅਸੀਂ ਹੋਰ ਜੋੜਨੀ ਕਾਹਦੇ ਨਾਲ, ਕਿਹਦੇ ਨਾਲ ਜੋੜਨੀ ਹੈ ਕਿ ਹੇ ਪ੍ਰਭੂ ਤੇਰੇ ਨਾਲ ਤੋੜਾਂਗੇ ਤੇ ਜੋੜਾਂਗੇ ਕਿਹਦੇ ਨਾਲ। ਤਾਂ ਦੂਜੀ ਲਾਈਨ ਦੇ ਵਿੱਚ ਕੋਈ ਕਿਸੇ ਨੂੰ ਵੈਸੇ ਕਨਫਿਊਜ਼ਨ ਹੈ ਨਹੀਂ ਹੈ। ਪ੍ਰੋਬਲਮ ਆਉਂਦੀ ਹੈ ਪਹਿਲੀ ਲਾਈਨ ਤੋਂ, ਜਿੱਥੇ ਅਸੀਂ ਬੋਲਦੇ ਹਾਂ ਕਿ ਹੇ ਪ੍ਰਭੂ ਜੇ ਤੂੰ ਨਾ ਤੋੜੇ
ਤੇ ਅਸੀਂ ਵੀ ਨਹੀਂ ਤੋੜਾਂਗੇ। ਤੋ ਇਹਦੇ ਅੰਦਰ ਪੋਸਿਬਿਲਿਟੀ ਆ ਜਾਂਦੀ ਹੈ ਕਿ ਵੀ ਤੂੰ ਤੋੜ ਵੀ ਸਕਦਾ ਹੈ, ਤੇ ਦੂਜੇ ਪਾਸੇ ਸਾਡੇ ਮਨ 'ਚ ਵਿਸ਼ਵਾਸ ਵੀ ਬੈਠਿਆ ਹੋਇਆ ਹੈ ਕਿ ਵੀ ਪ੍ਰਮਾਤਮਾ ਤੇ ਤੋੜਦਾ ਨਹੀਂ ਹੈ। ਤੋ ਸਾਰੀ ਦਿੱਕਤ ਜਿਹੜੀ ਆ ਉਹ ਇਸ ਗੱਲ ਤੋਂ ਹੈ ਕਿ ਅਸੀਂ ਅਰਥ ਕਰਨ ਲੱਗਿਆ ਜੇ ਆਪਣੇ ਕੋਲੋਂ ਦੀ ਲਾ ਲੈਂਦੇ ਹਾਂ। ਜੇ ਇਹਦੇ ਸਿੱਧੇ ਪੱਧਰੇ ਅਰਥ ਇਸ ਤਰ੍ਹਾਂ ਹੀ ਕਰੀਏ, ਮਾਧਵੇ हे ਪ੍ਰਭੂ ਤੁਮ ਨਾ ਤੋੜੋ, ਤੁਸੀਂ ਤਾਂ ਨਹੀਂ ਤੋੜਦੇ, तो हम नहीं तोड़े तो फिर ਅਸੀਂ ਕਿਉਂ ਤੋੜਾਂਗੇ, ਅਸੀਂ ਵੀ ਨਹੀਂ ਤੋੜਾਂਗੇ। ਤੇ ਤੇਰਾ ਤੇ ਇਹ ਬਿਰਧ ਹੀ ਹੈ ਕਿ ਤੂੰ ਆਪਣੇ ਜੀਵਾਂ ਦੇ ਨਾਲ ਪਿਆਰ ਦਾ ਰਿਸ਼ਤਾ ਤੋੜਦਾ ਹੀ ਨਹੀਂ ਹੈ। ਤੂੰ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੀ ਹੈ। ਤੂੰ ਸਾਰੇ ਜੀਵ ਜੰਤ ਤੇਰੇ ਪੈਦਾ ਕੀਤੇ ਹੋਏ, ਤੂੰ ਸਭ ਨਾਲ ਪਿਆਰ ਕਰਦਾ ਹੈ, ਤੇ ਫਿਰ ਅਸੀਂ ਕਿਉਂ ਤੋੜਾਂਗੇ, ਅਸੀਂ ਵੀ ਨਹੀਂ ਤੋੜਾਂਗੇ। ਔਰ ਸਾਰੇ ਸ਼ਬਦ ਜਿੰਨੀਆਂ ਮਿਸਾਲਾਂ ਦਿੱਤੀਆਂ ਹੋਈਆਂ ਨੇ ਉਹ ਸਾਰੀਆਂ ਹੀ ਇਸ ਗੱਲ ਦਾ ਅਹਿਸਾਸ ਕਰਾਉਂਦੀਆਂ ਨੇ, ਇਸ ਗੱਲ ਨੂੰ ਦ੍ਰਿੜਤਾ ਦੇ ਨਾਲ ਪੇਸ਼ ਕਰਦੀਆਂ ਨੇ ਕਿ ਪ੍ਰਮਾਤਮਾ ਤੂੰ ਜਿਸ ਰੂਪ ਵਿੱਚ ਵੀ ਸਾਡੇ ਸਾਹਮਣੇ ਆਏਗਾ, ਅਸੀਂ ਉਸ ਰੂਪ ਦੇ ਵਿੱਚ ਵੀ ਤੇਰੇ ਨਾਲ ਪਿਆਰ ਕਰਨ ਵਾਲਾ ਹੀ ਰੂਪ ਅਸੀਂ ਵੀ ਆਪਣਾ ਬਣਾਉਣਾ ਚਾਹਾਂਗੇ। ਤੋ ਅਗਰ ਜੇ ਅਸੀਂ ਰਾਓ ਦੀ ਪੰਕਤੀ ਦੇ ਅਰਥ ਇਸ ਤਰੀਕੇ ਨਾਲ ਸਮਝੀਏ ਕਿ हे ਪ੍ਰਭੂ ਤੁਸੀਂ ਤਾਂ ਨਹੀਂ ਤੋੜਦੇ ਸਾਡੇ ਨਾਲ, ਤਾਂ ਅਸੀਂ ਵੀ ਨਹੀਂ ਤੋੜਾਂਗੇ, ਕਿਉਂਕਿ ਤੁਹਾਡੇ ਨਾਲ ਤੋੜ ਕੇ ਫਿਰ ਅਸੀਂ ਹੋਰ ਜੋੜਨੀ ਕਿਹਦੇ ਨਾਲ ਹੈ। ਤੇ ਹੁਣ ਸੰਖੇਪ ਦੇ ਵਿੱਚ ਅਸੀਂ ਬਾਕੀ ਦੇ ਸ਼ਬਦ ਜਿਹੜੇ ਪਦੇ ਨੇ ਉਹਨਾਂ ਦੇ ਅਖਰੀ ਅਰਥ ਇੱਕ ਵਾਰੀ ਸਮਝ ਲਈਏ। ਭਗਤ ਜੀ ਕਹਿੰਦੇ ਨੇ ਕਿ ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ। ਕਿ हे ਪ੍ਰਭੂ ਜੇ ਤੂੰ ਸੋਹਣਾ ਜਿਹਾ ਪਹਾੜ ਬਣ ਜਾਵੇਂ ਤੇ ਮੈਂ ਤੇਰੇ ਵਾਸਤੇ ਮੋਰ ਬਣ ਜਾਵਾਂਗਾ, ਤੇ ਪਹਿਲਾਂ ਪਾਉਂਦਾ ਹੋਇਆ ਮੈਂ ਖੁਸ਼ੀ ਖੁਸ਼ੀ ਤੇਰੇ ਪਹਾੜ ਦੇ ਵਿੱਚ ਤੇਰੇ ਨਾਲ ਆਪਣਾ ਪਿਆਰ ਜਤਾਉਂਦਾ ਰਵਾਂਗਾ। ਤੇ ਜੇ ਭਲਾ ਤੂੰ ਚੰਦਰਮਾ ਦੇ ਰੂਪ ਵਿੱਚ ਮੈਨੂੰ ਨਜ਼ਰ ਆਵੇਂ, ਮੈਂ ਚਕੋਰ ਬਣ ਕੇ ਤੇਰੇ ਨਾਲ ਪਿਆਰ ਦਾ ਰਿਸ਼ਤਾ ਜੋੜ ਲਵਾਂਗਾ। ਤੋ ਇਹ ਚੀਜ਼ਾਂ ਪ੍ਰਚਲਿਤ ਹਨ ਕਿ ਭਈ ਮੋਰ ਪਹਾੜੀ ਇਲਾਕਿਆਂ ਦੇ ਵਿੱਚ ਬੜਾ ਆਪਣਾ ਖੁਸ਼ ਮਹਿਸੂਸ ਕਰਦੇ ਹਨ, ਪਹਾੜਾਂ ਦੇ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ। ਚਕੋਰ ਜਿਹੜੀ ਆ ਉਹਦੇ ਚੰਦਰਮਾ ਦੇ ਨਾਲ ਪ੍ਰੀਤ ਤਾਂ ਬਹੁਤ ਹੀ ਪ੍ਰਸਿੱਧ ਹੈ, ਲਿਟਰੇਚਰ ਦੇ ਵਿੱਚ ਵੀ ਬਹੁਤ ਜ਼ਿਆਦਾ ਇਹਨਾਂ ਦਾ ਜ਼ਿਕਰ ਆਉਂਦਾ ਹੈ। ਤੋ ਇਹ ਦੋਨੋਂ ਪੰਕਤੀਆਂ ਵੀ ਇਸ ਗੱਲ ਦਾ ਹੀ ਭਾਵ ਅਰਥ ਰੱਖਦੀਆਂ ਹਨ ਕਿ ਪ੍ਰਮਾਤਮਾ ਜਿਸ ਰੂਪ ਵਿੱਚ ਵੀ ਸਾਨੂੰ ਅਸੀਂ ਉਸ ਨੂੰ ਤਸੱਵਰ ਕਰੀਏ, ਉਹਦੇ ਬਾਰੇ ਸੋਚੀਏ, ਸਾਡਾ ਰਿਸ਼ਤਾ ਉਹਦੇ ਨਾਲ ਪਿਆਰ ਦਾ ਰਿਸ਼ਤਾ ਹੀ ਹੋਣਾ ਹੈ। ਜਿਹੜਾ ਦੂਸਰਾ ਪਦਾ ਹੈ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਕਿ ਜੇ ਭਲਾ ਤੂੰ ਸਾਨੂੰ ਦੀਵੇ ਦੇ ਰੂਪ ਵਿੱਚ ਨਜ਼ਰ ਆਵੇਂ, ਤੋ ਅਸੀਂ ਦੀਵੇ ਦੀ ਬੱਤੀ ਬਣ ਕੇ ਤੇਰੇ ਨਾਲ ਪਿਆਰ ਦਾ ਪੱਕਾ ਰਿਸ਼ਤਾ ਆਪਣਾ ਬਣਾ ਲਈਏ। ਜੇ ਭਲਾ ਤੂੰ ਤੀਰਥ ਵਿੱਚ ਹੋਵੇ, ਤੀਰਥਾਂ ਤੇ ਵਸਦਾ ਹੋਵੇ, ਤੇ ਅਸੀਂ ਤੀਰਥ ਯਾਤਰੀ ਬਣ ਜਾਵਾਂਗੇ, ਤਾਂ ਕਿ ਅਸੀਂ ਵੀ ਹਰ ਵੇਲੇ ਤੀਰਥਾਂ ਦੇ ਨੇੜੇ ਨੇੜੇ ਹੀ ਰਹਿੰਦੇ ਰਹੀਏ। ਤੋ ਇਸੇ ਗੱਲ ਨੂੰ ਫਿਰ ਅਗਲੇ ਤੀਸਰੇ ਪਦੇ ਦੇ ਵਿੱਚ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਭਗਤ ਜੀ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਕਿ हे ਪ੍ਰਭੂ ਅਸੀਂ ਤਾਂ ਤੇਰੇ ਨਾਲ ਸੱਚੀ ਪ੍ਰੀਤ ਪਾਈ ਹੈ, ਸੱਚਾ ਪਿਆਰ ਪਾਇਆ ਹੈ, ਤੇਰੇ ਨਾਲ ਅਸੀਂ ਜੋ ਰਿਸ਼ਤਾ ਹੈ ਐਸਾ ਜੋੜਿਆ ਹੈ ਕਿ ਫਿਰ ਤੇਰੇ ਨਾਲ ਜੋੜ ਕੇ ਹੋਰ ਕਿਸੇ ਨਾਲ ਤੋੜ, ਮਤਲਬ ਹੋਰ ਬਾਕੀ ਸਾਰੇ ਨਾਲ ਤੋੜ ਕੇ ਹੀ ਤੇਰੇ ਨਾਲ ਜੋੜਿਆ ਹੈ। ਤੇਰੇ ਨਾਲ ਐਸੀ ਪ੍ਰੀਤ ਜੋੜੀ ਹੈ ਕਿ ਹੁਣ ਬਾਕੀ ਦੁਨਿਆਵੀ ਜਿੰਨੇ ਵੀ ਮੋਹ ਹਨ, ਜਿੰਨੇ ਵੀ ਖਿੱਚਾਂ ਹਨ, ਉਹਨਾਂ ਦੇ ਨਾਲ ਅਸੀਂ ਪਿਆਰ ਜਿਹੜਾ ਹੈ ਉਹ ਤੋੜ ਲਿੱਤਾ ਹੈ। ਉਹ ਉਸ ਤੋਂ ਅਗਲੇ ਪਦੇ ਹਨ, ਜਾ ਜਾ ਜਾਓ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨ ਦੇਵਾ। ਕਿ ਮੈਂ ਜਿੱਥੇ ਜਿੱਥੇ ਵੀ ਜਾਂਦਾ ਹਾਂ, ਮੈਨੂੰ ਹਰ ਥਾਂ ਤੇ ਤੂੰ ਹੀ ਦਿਸਦਾ ਹੈ, ਕਿ ਮੈਂ ਤੇਰੀ ਹੀ ਸ਼ਰਨ ਵਿੱਚ, ਤੇਰੀ ਹੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਅਰਪਣ ਕਰਦਾ ਹਾਂ, ਕਿਉਂਕਿ ਤੇਰੇ ਵਰਗਾ ਠਾਕੁਰ ਹੋਰ ਕੋਈ ਹੋਰ ਹੋ ਹੀ ਨਹੀਂ ਸਕਦਾ। ਮੈਨੂੰ ਕਿਤੇ ਕੋਈ ਦਿਸਦਾ ਹੀ ਨਹੀਂ ਹੈ ਜਿਹੜਾ ਤੇਰੇ ਬਰਾਬਰੀ ਕਰ ਸਕੇ, ਤੇਰੇ ਜਿਹਾ ਬਣ ਸਕੇ। ਤਾਂ ਅਖੀਰਲੀ ਪੰਕਤੀ 'ਚ ਭਗਤ ਜੀ ਕਹਿੰਦੇ ਨੇ ਕਿ ਤੁਮਰੇ ਭਜਨ ਕਟੈ ਜਮ ਫਾਂਸਾ, ਭਗਤ ਹੇਤ ਗਾਵੈ ਰਵਿਦਾਸਾ। ਕਿ ਤੇਰੇ ਨਾਲ ਤੇ ਮੇਰਾ ਐਸਾ ਪਿਆਰ ਹੈ ਔਰ ਮੇਰੇ ਮਨ 'ਚ ਇੰਨਾ ਦ੍ਰਿੜ ਵਿਸ਼ਵਾਸ ਹੈ, ਤੇਰੀ ਬੰਦਗੀ ਕੀਤਿਆਂ ਤੇ ਜਮਾਂ ਦੀ ਫਾਹੀਆਂ ਵੀ ਕੱਟੀਆਂ ਜਾਂਦੀਆਂ ਹਨ। ਸਾਡੇ ਵਾਸਤੇ ਇੰਨਾ ਸੁਖਦਾਇਕ, ਇੰਨਾ ਲਾਭਦਾਇਕ ਤੇਰਾ ਭਜਨ ਹੈ, ਤੇਰੀ ਯਾਦ ਇਤਨੀ ਲਾਭਦਾਇਕ ਹੈ ਕਿ ਤੇਰੀ ਬੰਦਗੀ ਕੀਤਿਆਂ ਜਮ ਦੀ ਫਾਹੀ, ਜਮ ਦਾ ਡਰ ਜਿਹੜਾ ਹੈ ਉਹ ਵੀ ਖਤਮ ਹੋ ਜਾਂਦਾ ਹੈ। ਇਸ ਲਈ ਤੇਰੀ ਭਗਤੀ ਦਾ ਚਾਅ ਮੇਰੇ ਮਨ ਵਿੱਚ ਇਤਨਾ ਹੈ ਕਿ ਮੈਂ ਹਰ ਵੇਲੇ ਤੇਰੇ ਗੁਣ ਹੀ ਗਾਉਂਦਾ ਹਾਂ। ਤੋ ਸਾਰੇ ਸ਼ਬਦ ਦੇ ਵਿੱਚ ਕਿਧਰੇ ਇਹ ਸ਼ੰਕਾ, ਕਿਧਰੇ ਇਹ ਡਾਊਟ ਪ੍ਰਗਟ ਹੀ ਨਹੀਂ ਹੁੰਦਾ ਕਿ ਰਵਿਦਾਸ ਜੀ ਕਹਿ ਰਹੇ ਹੋਣ ਵੀ ਜੇ ਤੂੰ ਮੇਰੇ ਨਾਲ ਤੋੜ ਲੇਗਾ ਫਿਰ ਮੈਂ ਕੀ ਕਰਾਂਗਾ। ਕੋਈ ਇਹੋ ਜਿਹਾ ਸ਼ੰਕੇ ਵਾਲੀ ਗੱਲ ਸਾਰੇ ਸ਼ਬਦ ਕਿਤੇ ਨਹੀਂ ਆਉਂਦੀ। ਪੰਜੋਂ ਪਦਿਆਂ ਦੇ ਅੰਦਰ ਸਿਰਫ ਇਹ ਗੱਲ ਹੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਤੇਰੇ ਨਾਲ ਮੇਰਾ ਪਿਆਰ ਜਿਹੜਾ ਹੈ ਨਾ ਬਹੁਤ ਹੀ ਪੱਕਾ ਹੈ।
ਜ਼ਿੰਦਗੀ ਦੇ ਕਿਸੇ ਵੀ ਮੋੜ ਦੇ ਕਿਸੇ ਵੀ ਹਾਲਾਤ ਦੇ ਅੰਦਰ ਹਰ ਹਾਲ ਮੈਂ ਤੇਰੇ ਨਾਲ ਪਿਆਰ ਦਾ ਰਿਸ਼ਤਾ ਬਣਾਈ ਰੱਖਦਾ ਹਾਂ। ਤੇ ਰਾਓ ਦੀ ਬੰਦਗੀ ਪੰਕਤੀ ਜਿਹਦੇ ਵਿੱਚ ਆਈ ਹੈ, ਜਿਹਦੇ ਨਾਲ ਅਸੀਂ ਜਿਹਦੇ ਬਾਰੇ ਅਸੀਂ ਡਿਸਕਸ਼ਨ ਕਰ ਰਹੇ ਹਾਂ, ਜਿਹਦੇ ਬਾਰੇ ਸਵਾਲ ਹੈ, ਉਹਦੇ ਵਿੱਚ ਵੀ ਕਿਧਰੇ ਜੋ ਲਫ਼ਜ਼ ਤਾਂ ਉਹਦੇ 'ਚ ਯੂਜ਼ ਹੀ ਨਹੀਂ ਹੋਇਆ ਕਿ ਜੇ ਤੂੰ ਮਾਧਵੇ ਜੋ ਤੁਮ ਤੋਰੋ, ਤਾਂ ਇਸ ਤਰ੍ਹਾਂ ਵਾਲੀ ਗੱਲ ਨਹੀਂ ਆਈ ਕਿਧਰੇ। ਬਾਕੀ ਪੰਕਤੀਆਂ 'ਚ ਜੋ ਲਫ਼ਜ਼ ਇਸਤੇਮਾਲ ਹੋਇਆ ਹੈ ਕਿ ਜੇ ਤੂੰ ਦੀਵਰਾ, ਜੇ ਤੂੰ ਪਹਾੜ, ਜੇ ਤੂੰ ਚੰਦਰਮਾ, ਕਿਉਂਕਿ ਉੱਥੇ ਅਜ਼ਿਊਮ ਕੀਤਾ ਜਾ ਰਿਹਾ ਹੈ ਕਿ ਵੀ ਤੂੰ ਇਸ ਸ਼ਕਲ ਵਿੱਚ ਵੀ ਮੈਨੂੰ ਦਰਸ਼ਨ ਦੇ ਸਕਦਾ ਹੈ, ਜਾਂ ਮੈਂ ਮੇਰੇ ਮਨ 'ਚ ਇਸ ਤਰੀਕੇ ਦਾ ਤਸੱਵਰ ਵੀ ਬਣ ਸਕਦਾ ਹੈ ਕਿ ਜੇ ਮੈਂ ਸੋਚਾਂ ਕਿ ਤੂੰ ਪਹਾੜ ਵਰਗਾ ਹੈ ਤਾਂ ਮੈਂ ਆਪਣੇ ਆਪ ਨੂੰ ਮੋਰ ਬਣਾ ਲਵਾਂ, ਜੇ ਤਾਂ ਸੋਚਾਂ ਕਿ ਤੂੰ ਚੰਦਰਮਾ ਵਰਗਾ ਹੈ ਤੇ ਮੈਂ ਆਪਣੇ ਆਪ ਨੂੰ ਚਕੋਰ ਅਜ਼ਿਊਮ ਕਰ ਲਵਾਂ। ਪਰ ਜਿਹੜੀ ਰਾਓ ਦੀ ਪੰਕਤੀ ਹੈ ਉੱਥੇ ਕੋਈ ਜੋ ਲਫ਼ਜ਼ ਨਹੀਂ ਹੈਗਾ ਕਿ ਜੋ ਤੂੰ ਤੋੜੇ ਤੇ ਮੈਂ ਕੀ ਕਰਾਂਗਾ, ਨਹੀਂ, ਤੇ ਜੇ ਤੂੰ ਨਾ ਤੋੜੇ ਤਾਂ ਮੈਂ ਕੀ ਕਰਾਂ, ਜੋ ਲਫ਼ਜ਼ ਨਹੀਂ ਹੈ ਉੱਥੇ। ਸਿੰਪਲ ਸਟੇਟਮੈਂਟ ਹੈ ਕਿ ਮਾਧਵੇ तुम ना तोड़ो, तुम तो तोड़ते नहीं हो, तो हम नहीं तोड़े तो मैं फिर क्यों तोड़ांगा, मैं भी नहीं तोड़ांगा। और अगली लाइन जो और गल स्पष्ट कर देती है कि तुमसे हो तोड़ कमन से हो जोर है, कि जे मैं तेरे नाल तोड़न दी गल सोचा भी तो मेरे को कोई ओदा अल्टरनेटिव है ही नहीं, मैं जोड़ांगा किदे नाल फिर मैं, हाँ मेरे को कोई ओदा अल्टरनेटिव है ही नहीं है, इसलिए तेरे नाल मैं तोड़न दी सोच ही नहीं सकता। तो इस सारे शब्द के अंदर ये शंका, ये डाउट भगत जी ने किधरे भी पेश नहीं किया कि परमात्मा तोड़ भी सकता है। परमात्मा बख्शिंद है, ਉਹਦੇ ਅਸੀਂ ਸਾਰੇ ਬੱਚੇ ਹਾਂ, ਉਹ ਆਪਣੇ ਬੱਚਿਆਂ ਨੂੰ ਬੇਅੰਤ ਪਿਆਰ ਕਰਦਾ ਹੈ ਔਰ ਕਦੀ ਵੀ ਸਾਡੇ ਨਾਲੋਂ ਪ੍ਰੀਤ ਨਹੀਂ ਤੋੜਦਾ। ਇਤਨੇ ਬਚਨ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਏਡੇ ਵੱਡੇ ਜਿਹੜਾ ਸਾਡਾ ਡਾਊਟ ਸੀ ਜਾਂ ਕੁਐਸਚਨ ਰੂਪ ਵੀਰ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ, ਬੜੇ ਸਰਲ ਤਰੀਕੇ ਨਾਲ ਸਮਝਾਤੀ ਗੱਲ ਕਿ ਰੱਬ ਤਾਂ ਕਿਸੇ ਨਾਲ ਤੋੜਦਾ ਹੀ ਨਹੀਂ। ਤੋ ਗੱਲ ਇਹ ਆ ਵੀ ਸਿਰਫ ਲੋੜ ਹੈ ਬਾਣੀ ਨੂੰ, ਇਹਦਾ ਅਭਿਆਸ ਦੀ ਲੋੜ ਹੈ, ਕਿਉਂਕਿ ਗੁਰਬਾਣੀ ਜਿਹੜੀ ਹੈ ਜਿੱਥੇ ਸਾਨੂੰ ਇਹ ਸਪਿਰਿਚੁਅਲ ਸਾਡੇ ਲਈ ਇਹ ਟੌਨਿਕ ਹੈ, ਉੱਥੇ ਇਹ ਸਾਹਿਤਕ ਤੇ ਕਾਵਿਕ ਪੱਖੋਂ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਹੈ ਇਹ ਬੜੀ ਉੱਚ ਪਾਏ ਦੀ ਜਿਹੜੀ ਲਿਟਰੇਰੀ ਜਿਹੜੀ ਹੈ ਇਹਦੀ ਆਪਾਂ ਕਵਾਂਗੇ ਜਿਹਨੂੰ ਆਪਾਂ ਅਪਰੇਜ਼ਲ ਕਹਿੰਦੇ ਹਾਂ, ਸਾਹਿਤਕ ਪੱਖੋਂ ਤੇ ਕਾਵਿਕ ਪੱਖੋਂ ਬਹੁਤ ਹੀ ਉੱਚਾ ਹੈ। ਤੇ ਇਸ ਕਰਕੇ ਇਹਦੇ ਜਿਹੜੇ ਗੁੱਝੇ ਭੇਦ ਨੇ ਉਹ ਸਮਝਣ ਦੀ ਲੋੜ ਹੈ, ਨਾ ਕਿ ਕੇਵਲ ਅੱਖਰੀ ਅਰਥਾਂ ਦੀ। ਤੇ ਗੁੱਝੇ ਭੇਦਾਂ ਲਈ ਬਾਣੀ ਦਾ ਅਭਿਆਸ ਚਾਹੀਦਾ। ਜਿਤਨਾ ਆਪਾਂ ਬਾਣੀ ਨੂੰ ਸਮਝ ਕੇ ਪੜਾਂਗੇ ਤੇ ਇਹ ਜਿਹੜੇ ਗੁੱਝੇ ਭੇਦ ਨੇ ਇਹ ਖੁੱਲਦੇ ਜਾਣਗੇ। ਤੋ ਲੋੜ ਹੈ ਬਾਣੀ ਨੂੰ ਬਾਰ-ਬਾਰ ਪੜ੍ਹਨ ਦੀ, ਔਰ ਇਸ ਨੁਕਤੇ ਨਿਗਾਹ ਦੇ ਨਾਲ ਕਿ ਇਹ ਸ਼ਬਦ ਦੇ ਅਰਥ ਕੀ ਹੋ ਸਕਦੇ ਨੇ। ਔਰ ਫਿਰ ਗੱਲ ਜਿਹੜੀ ਵੀਰ ਜੀ ਜਿਵੇਂ ਦੱਸੀ ਹੈ ਕਿ ਜਿਹੜਾ ਕੇਂਦਰੀ ਭਾਵ ਹੈ ਇਸ ਸ਼ਬਦ ਦਾ ਵੀ, ਸੈਂਟਰਲ ਆਈਡੀਆ ਰਹਾਓ ਵਾਲੀ ਤੁਕ, ਉਹਦੇ ਵਿੱਚ ਕੋਈ ਕੰਡੀਸ਼ਨਲ ਗੱਲ ਨਹੀਂ ਹੈ। ਤੋ ਖੈਰ ਬੜੇ ਸਰਲ ਸ਼ਬਦਾਂ 'ਚ ਵੀ MPC ਜੀ ਨੇ ਸਾਨੂੰ ਇਹਦੀ ਸਮਝਾਤੀ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਬਾਣੀ ਦਾ ਸਾਨੂੰ ਹੁਕਮ ਵੀ ਹੈ ਕਿ ਇਹ ਸਾਨੂੰ ਲੋੜ ਨਹੀਂ ਸੋਚਣ ਦੀ ਕਿ ਰੱਬ ਤੋੜੇਗਾ, ਕਿਉਂਕਿ ਵਾਹਿਗੁਰੂ ਬਾਰੇ ਤਾਂ ਆਉਂਦਾ ਹੈ, ਰੱਬ ਬਾਰੇ ਤਾਂ ਸਦ ਬਖਸ਼ਿੰਦ ਸਦਾ ਮਿਹਰਬਾਨ, ਉਹ ਤੇ ਹਮੇਸ਼ਾ ਬਖਸ਼ਿੰਦ ਹੈ। ਆਪਾਂ ਜਿੰਨੀਆਂ ਮਰਜ਼ੀ ਗਲਤੀਆਂ ਕਰ ਲਈਏ, ਇਹ ਨਹੀਂ ਕਹਿੰਦੇ ਵੀ ਗਲਤੀਆਂ ਕਰੀਏ, ਪਰ ਜੇ ਹੋ ਜਾਣ ਤਾਂ ਰੱਬ ਜੀ ਜ਼ਰੂਰ ਬਖਸ਼ਿੰਦ ਕਰਨਗੇ, ਜੇਕਰ ਅਸੀਂ ਸਾਫ਼ ਮਨ ਨਾਲ ਅੱਗੋਂ ਆਪਣਾ ਸਹੀ ਜੀਵਨ ਦਾ ਪ੍ਰਣ ਵਾਹਿਗੁਰੂ ਨਾਲ ਕਰੀਏ ਤਾਂ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾਂ ਦੇ ਆਧਾਰੇ। ਧੰਨਵਾਦ ਜੀ। ਤੋ ਅਗਲਾ ਸਵਾਲ ਜਿਹੜਾ ਸਾਧ ਸੰਗਤ ਜੀ ਉਹ ਹੈ ਕਿ ਸੰਗਤ ਚੋਂ ਹੀ ਭੈਣ ਜੀ ਨੇ ਕੀਤਾ ਸੀਗਾ, ਮੈਂ ਨਾਂ ਤੇ ਨਹੀਂ ਲਿਖ ਸਕਿਆ, ਤੇ ਉਹ ਕਹਿੰਦੇ ਨੇ ਵੀ ਜੇ ਕਿਸੇ ਕਾਰਨ ਲੜਕੀਆਂ ਦੇ ਚਿਹਰੇ ਤੇ ਵਾਲ ਆ ਜਾਣ ਤਾਂ ਉਹਦਾ ਕੀ ਕੀਤਾ ਜਾਏ। ਇਹ ਮੈਂ ਵੀ ਹਰਜੀਤ ਸਿੰਘ ਬੇਨਤੀ ਕਰਾਂਗਾ ਵੀ ਇਹ ਬੜਾ ਕੰਪਲੈਕਸ ਜਿਹਾ ਸਵਾਲ ਹੈ, ਤੇ ਕਿਰਪਾ ਕਰਕੇ ਸਾਨੂੰ ਦੱਸੋ ਜਿਹੜਾ ਭੈਣ ਜੀ ਦਾ ਸ਼ਿਕਵਾ, ਕਿਉਂਕਿ ਇਹ ਅੱਜ ਕੱਲ ਮਤਲਬ ਵੀ ਕਾਫੀ ਬੱਚੀਆਂ ਐਸੀਆਂ ਨੇ ਜਿਨ੍ਹਾਂ ਦੇ ਚਿਹਰੇ ਤੇ ਇਹ ਵਾਲ ਆ ਜਾਂਦੇ ਨੇ, ਔਰ ਉਹਨਾਂ ਨੂੰ ਮਤਲਬ ਵੀ ਸਮਾਜ ਦੇ ਵਿੱਚ, ਕਿਉਂਕਿ ਜੈਸੀ ਸਾਡੇ ਸਮਾਜ ਦੀ ਬਣਤਰ ਹੈ ਜੋ ਵੀ ਹੈ ਉਹਦੇ ਮੁਤਾਬਕ ਫਿਰ ਉਹਨਾਂ ਦੇ ਮਨ 'ਚ ਕਾਫੀ ਇਹ ਗੱਲ ਆਉਂਦੀ ਹੈ। ਤੇ ਇੱਕ ਨਹੀਂ ਹੋਰ ਵੀ ਕਈ ਕੇਸ ਜਿਹੜੇ ਨੇ ਨਜ਼ਰ 'ਚ ਆਏ ਨੇ, ਤੇ ਭੈਣ ਜੀ ਦਾ ਸਵਾਲ ਆਇਆ। ਤੋ ਹਰਜੀਤ ਸਿੰਘ ਜੀ ਆਪ ਕਿਰਪਾ ਕਰੋ ਤੇ ਇਹਦਾ ਉੱਤਰ ਸਾਨੂੰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦਾ ਸਵਾਲ ਸਾਡੇ ਸਾਹਮਣੇ ਹੈ ਬੜਾ ਹੀ ਮਾਡਰਨ ਟਾਈਮ ਦੇ ਉੱਤੇ ਇਹ ਮਹੱਤਵ ਵੀ ਰੱਖਦਾ ਹੈ। ਇਸ ਨੂੰ ਸਮਝਣ ਲਈ ਸਾਨੂੰ ਗੁਰੂ ਪੰਥ ਵੱਲੋਂ ਤਿਆਰ ਕੀਤਾ ਹੈ ਡਾਕੂਮੈਂਟ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਬੜਾ ਜ਼ਰੂਰੀ ਹੋਏਗਾ।
ਕਿਉਂਕਿ ਬਿਨਾਂ ਉਸ ਨੂੰ ਵਿਚਾਰਨ ਤੋਂ ਅਸੀਂ ਇਹਦਾ ਜਵਾਬ ਨਹੀਂ ਦੇ ਸਕਾਂਗੇ। ਤੋ ਸਿੱਖ ਰਹਿਤ ਮਰਿਆਦਾ ਵਿੱਚ ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਗੁਰੂ ਪੰਥ ਵੱਲੋਂ ਨਿਰਧਾਰਿਤ ਕੀਤੀ ਜਿਹੜੀ ਮਰਿਆਦਾ ਹੈ, ਉੱਥੇ ਅੰਮ੍ਰਿਤ ਛਕ ਕੇ ਪ੍ਰੇਮੀਆਂ ਵੱਲੋਂ 5 ਕਕਾਰਾਂ ਨੂੰ ਰੱਖਣ ਦਾ ਹਦਾਇਤ ਕੀਤੀ ਗਈ ਹੈ, ਜਿਸ ਵਿੱਚ ਕੇਸ, ਕਿਰਪਾਨ, ਕਛਹਿਰਾ, ਕੰਘਾ ਤੇ ਕੜਾ। ਭਾਈ ਦਇਆ ਸਿੰਘ ਜੀ ਦੇ ਰਹਿਤਨਾਮੇ ਵਿੱਚ ਵੀ ਜ਼ਿਕਰ ਆਉਂਦਾ ਹੈ ਵੀ ਸਿੱਖ ਜਿਹੜਾ ਹੈ ਉਹ ਸ਼ਬਦ ਤੋਂ ਜਾਣਿਆ ਜਾਂਦਾ ਹੈ ਤੇ ਰਹਿਤ ਤੋਂ ਪਛਾਣਿਆ ਜਾਂਦਾ ਹੈ। ਸਿੱਖ ਸ਼ਬਦ ਤੇ ਜਾਣੀਏ, ਰਹਿਤ ਤੇ ਪਛਾਣੀਏ। ਇਹ ਜ਼ਿਕਰ ਭਾਈ ਦਇਆ ਸਿੰਘ ਜੀ ਦੇ ਰਹਿਤਨਾਮੇ ਵਿੱਚ ਆਉਂਦਾ ਹੈ। ਤੋ ਇਸ ਬਚਨ ਅਨੁਸਾਰ ਕਕਾਰਾਂ ਦੀ ਰਹਿਤ ਸਿੱਖ ਦੀ ਪਛਾਣ ਲਈ ਜ਼ਰੂਰੀ ਹੈ। ਸੋ ਜੋ ਗੁਰਬਾਣੀ ਅਨੁਸਾਰ ਚੱਲਦਾ ਹੈ, ਗੁਰੂ ਦੱਸੇ ਉਪਦੇਸ਼ ਅਨੁਸਾਰ ਚੱਲਦਾ ਹੈ, ਔਰ ਇਹਨਾਂ ਕਕਾਰਾਂ ਦੀ, ਇਹਨਾਂ ਜਿਹੜੀਆਂ 5 ਸਾਡੀਆਂ ਮਰਿਆਦਾ ਹਨ, ਇਹਨਾਂ ਦੀ ਸੰਭਾਲ ਕਰਦਾ ਹੈ, ਉਹ ਗੁਰੂ ਪੰਥ ਦੀਆਂ ਖੁਸ਼ੀਆਂ ਦਾ ਪਾਤਰ ਬਣਦਾ ਹੈ। ਇਸ ਤੋਂ ਅੱਗੇ ਸਿਰਲੇਖ ਹੁੰਦਾ 4 ਕੁਰੈਤਾਂ ਦਾ। ਪਹਿਲੀ ਕੁਰੈਤ ਕੇਸਾਂ ਦੀ ਬੇਅਦਬੀ, ਦੂਸਰੀ ਕੁਰੈਤ ਕੁੱਠਾ ਖਾਣਾ, ਤੀਸਰੀ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਕਰਨਾ ਜਾਂ ਭੋਗਣਾ, ਚੌਥੀ ਤਮਾਕੂ ਦਾ ਵਰਤਣਾ। ਫਿਰ ਇਹਦੇ ਥੱਲੇ ਇੱਕ ਗੱਲ ਹੋਰ ਲਿਖੀ ਹੋਈ ਹੈ ਕਿ ਇਹਨਾਂ ਵਿੱਚੋਂ ਕੋਈ ਕੁਰੈਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਵੇਗਾ। ਆਪਣੀ ਇੱਛਾ ਵਿਰੁੱਧ ਅਨੁਕੂਲ ਹੀ ਕੋਈ ਕੁਰੈਤ ਹੋ ਜਾਵੇ ਤਾਂ ਕੋਈ ਦੰਡ ਨਹੀਂ। ਹੁਣ ਇਹ ਥੋੜੀ ਜਿਹੀ ਵਿਆਖਿਆ ਸਾਨੂੰ ਕਰਨੀ ਪਏਗੀ, ਕਿਉਂਕਿ ਜਿਹੜਾ ਵਿਧਾਨ ਕੰਸਟੀਟਿਊਸ਼ਨ ਬਣ ਜਾਂਦਾ ਹੈ, ਉਹ ਤੋਂ ਬਾਹਰ ਜਾ ਕੇ ਕੋਈ ਜਵਾਬ ਦੇਣਾ ਉਹ ਮੁਮਕਿਨ ਨਹੀਂ ਹੈ, ਜਾਂ ਉਹ ਠੀਕ ਵੀ ਨਹੀਂ ਹੈ। ਤੇ ਜੋ ਬਣਿਆ ਹੋਇਆ ਕੰਸਟੀਟਿਊਸ਼ਨ ਹੈ, ਮੈਂ ਸਿਰਫ ਉਹਦੀਆਂ ਮਰਿਆਦਾ ਵਿੱਚ ਮਦਾਂ ਵਿੱਚ ਰਹਿੰਦਾ ਹੋਇਆ ਹੀ ਇਹਦਾ ਜਵਾਬ ਆਪ ਜੀ ਦੇ ਸਵਾਲ ਦਾ ਦਿਆਂਗਾ। ਬਾਣੀ ਤੇ ਕਕਾਰਾਂ ਦੀ ਰਹਿਤ ਰੱਖਣ ਬਾਬਤ ਇਹ ਵੀ ਗੱਲ ਬੜੀ ਜ਼ਰੂਰੀ ਹੈ ਕਿ ਕੁਝ ਐਸੇ ਕਰਮ ਹਨ ਜਿਨ੍ਹਾਂ ਨੂੰ ਕਰਨ ਤੋਂ ਸਿੱਖ ਨੂੰ ਪਰਹੇਜ਼ ਕਰਨਾ ਚਾਹੀਦਾ। ਦੂਜੇ ਲਫ਼ਜ਼ਾਂ ਵਿੱਚ ਉਸ ਨੂੰ ਪਤਤ ਗਿਣਿਆ ਜਾਂਦਾ ਹੈ ਜੋ 4 ਬੱਜਰ ਗ੍ਰਹਿਤਾਂ ਵਿੱਚੋਂ ਕੋਈ ਵੀ ਗ੍ਰਹਿਤ ਕਰਦਾ ਹੈ। ਜਦ ਪਤਤ ਦਾ ਅਰਥ ਹੁੰਦਾ ਹੈ ਗਿਰਿਆ ਹੋਇਆ, ਉਸ ਨੂੰ ਪੰਜਾਂ ਅੱਗੇ ਪੇਸ਼ ਹੋ ਕੇ ਦੁਬਾਰਾ ਅੰਮ੍ਰਿਤ ਪਾਨ ਕਰਨ ਦੀ ਤਰਖਾਹ ਲਾਉਣ ਤੋਂ ਬਾਅਦ ਅੰਮ੍ਰਿਤ ਛਕਣ ਦੀ ਮਰਿਆਦਾ। ਸਭ ਤੋਂ ਪਹਿਲੀ ਜਿਹੜੀ ਬੱਜਰ ਗ੍ਰਹਿਤ ਦੀ ਗੱਲ ਕੀਤੀ ਗਈ ਉਹ ਸੀ ਕੇਸਾਂ ਦੀ ਬੇਅਦਬੀ। ਕੇਸ ਸਿਰ ਦੀ ਖੋਪਰੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਰੀਰ ਦੇ ਸਾਰੇ ਅੰਗਾਂ ਉੱਪਰ ਜੋ ਕੇਸ ਹਨ, ਉਹਨਾਂ ਨੂੰ ਅਸੀਂ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪੈਰ ਦੇ ਜਦੋਂ ਅਸੀਂ ਅੰਮ੍ਰਿਤਪਾਨ ਵੀ ਕਰਦੇ ਹਾਂ, ਰਹਿਤ ਦ੍ਰਿੜ ਕਰਨ ਲੱਗਿਆ ਵੀ ਇਹ ਗੱਲ ਸਮਝਾਈ ਜਾਂਦੀ ਹੈ ਕਿ ਸਿਰ ਦੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਅਸੀਂ ਕੇਸਾਂ ਦੀ ਬੇਅਦਬੀ ਨਹੀਂ ਕਰਦੇ। ਤੋ ਇਹ ਗੱਲ ਬੜੀ ਸਾਡੇ ਸਾਹਮਣੇ ਆਉਂਦੀ ਹੈ ਤੇ ਬਾਰ-ਬਾਰ ਵੱਖਰੇ ਵੱਖਰੇ ਰਹਿਤ ਮਰਿਆਦਾ ਦੇ ਵਿੱਚ ਵੀ ਇਹ ਗੱਲ, ਜਿਹੜੀਆਂ ਰਹਿਤਨਾਮਿਆਂ ਵਿੱਚ ਵੀ ਇਹ ਗੱਲ ਜਿਹੜੀ ਮਿਲਦੀ ਹੈ ਕਿ ਕੇਸ ਗੁਰੂ ਪੰਥ ਦਾ ਹੁਕਮ ਹੈ ਕਿ ਮਨੁੱਖਤਾ ਨੂੰ ਕੇਸ ਰੱਬੀ ਦਾਤ ਸਮਝ ਕੇ ਸੰਭਾਲ ਕਰਨੀ ਚਾਹੀਦੀ ਹੈ, ਉਹਦੇ ਹੁਕਮ ਵਿੱਚ ਚੱਲਣ ਦੀ ਗੱਲ ਕਰਨੀ ਚਾਹੀਦੀ ਹੈ। ਭਾਵ ਇਹ ਹੈ ਕਿ ਕੇਸਾਂ ਨੂੰ ਉਸਰੇ, ਕੈਂਚੀ ਜਾਂ ਕਿਸੇ ਪ੍ਰਕਾਰ ਦੇ ਹੋਰ ਸਾਧਨਾਂ ਦੀ ਵਰਤੋਂ ਕਰਕੇ ਇਹ ਨਰਾਦਰੀ ਨਹੀਂ ਕਰਨੀ। ਜਿਹੜਾ ਨਰਾਦਰੀ ਕਰਦਾ ਹੈ ਉਹਨੂੰ ਪਤਤ ਦੀ ਸਿੱਖ ਰਹਿਤ ਮਰਿਆਦਾ ਵਿੱਚ ਉਹਨੂੰ ਪਤਤ ਮੰਨਿਆ ਜਾਂਦਾ ਹੈ। ਇਹਦੇ ਵਿੱਚ ਜਦੋਂ ਰਹਿਤਨਾਮਾ ਅਸੀਂ ਭਾਈ ਚੰਪਾ ਸਿੰਘ ਦਾ ਪੜ੍ਹਦੇ ਹਾਂ, ਉੱਥੇ ਲਿਖਿਆ ਹੁੰਦਾ ਗੁਰੂ ਕਾ ਸਿੱਖ ਭੱਦਨ ਨਾ ਕਰਾਵੇ। ਅਸੀਂ ਪਿੱਛੇ ਵਿਚਾਰ ਕੀਤੀ ਜਦੋਂ ਭੱਦਨ ਲਫ਼ਜ਼ ਗੁਰਮਤਿ ਰਹਿਣੀ ਦੇ ਵਿੱਚ ਆਇਆ ਸੀ। ਬੰਸਾਵਲੀ ਨਾਮਾ ਦੇ ਵਿੱਚ ਜਿਹੜਾ ਸ਼ਬਦ ਆਉਂਦਾ ਉਹ ਚਾਹੁੰਦੇ ਨੇ ਨਾਈ ਦਾ ਹੱਥ ਸੀਸ ਚਿਹਰੇ ਤੇ ਨਾ ਲੱਗਣਾ ਪਾਵੇ, ਕੇਸਾ ਧਾਰੀ ਗੁਰੂ ਕਾ ਪੰਥ ਕਹਾਵੇ। ਇਹ ਬੰਸਾਵਲੀ ਨਾਮਾ ਦੇ ਵਿੱਚ ਇਹਦਾ ਜ਼ਿਕਰ ਜਿਹੜਾ ਆਉਂਦਾ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹ 'ਚ ਲਿਖਿਆ ਮਿਲਦਾ ਕੇਸਨ ਕੀ ਕੀਜੋ ਪ੍ਰਤਪਾਲ ਨਾ ਉਸ ਤਰ੍ਹਾਂ ਸੇ ਕੱਟਿਓ ਬਾਲ, ਵਿਖਿਆ ਕਿਰਿਆ ਭੱਦਨ ਤਿਆਗਿਓ ਜਟਾ ਜੁਟਾ ਰਿਹੋ ਅਨੁਰਾਗਿਓ। ਇਹ ਗੁਰੂ ਰਵਿਦਾਸ ਪਾਤਸ਼ਾਹ 10ਵੀਂ ਦੇ ਵਿੱਚ ਵੀ ਇਹ ਸਾਨੂੰ ਸੁਝਾਅ ਮਿਲਦੇ ਹਨ। ਇਤਿਹਾਸਕ ਸੱਚਾਈਆਂ ਵੀ ਸਾਡੇ ਸਾਹਮਣੇ ਹਨ ਕਿ ਗੁਰੂ ਕੇ ਸਿੱਖਾਂ ਨੇ ਕੇਸਾਂ ਦੇ ਬਦਲੇ ਆਪਣੀਆਂ ਖੋਪਰੀਆਂ ਵੀ ਲੁਹਾਈਆਂ, ਕੇਸਾਂ ਦੇ ਬਦਲੇ ਆਪਣੀਆਂ ਕੁਰਬਾਨੀਆਂ ਵੀ ਕੀਤੀਆਂ, ਨੀਹਾਂ ਵਿੱਚ ਨੇਗੇ, ਸਾਰਿਆਂ ਨਾਲ ਸਰੀਰ ਦੇ ਦਪਾੜ ਕਰਾ ਲਿਆ, ਖੋਪਰੀ ਲਵਾਈ, ਚਰਖੜੀਆਂ ਤੇ ਚੜੇ,
ਬੰਦ ਕਟਵਾਏ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਲਏ, ਪਰ ਉਹਨਾਂ ਨੇ ਅਨੇਕਾਂ ਤਸੀਹੇ ਸਹਿ ਕੇ ਵੀ ਆਪਣੇ ਕੇਸਾਂ ਦੀ ਬੇਅਦਬੀ ਦੀ ਇਜਾਜ਼ਤ ਨਹੀਂ ਦਿੱਤੀ। ਇਹ ਜਦੋਂ ਅਸੀਂ ਇਤਿਹਾਸ ਨੂੰ ਹੋਰ ਪੜ੍ਹਦੇ ਹਾਂ ਤਾਂ ਪਟਿਆਲਾ ਬਾਬਾ ਆਲਾ ਸਿੰਘ ਜੀ ਨੇ ਕੇਸਾਂ ਦੀ ਬੇਅਦਬੀ ਤੋਂ ਬਚਣ ਲਈ ਲੱਖਾਂ ਰੁਪਏ ਵਿਵਾਜਨਾ ਦਿੱਤਾ ਸੀ ਅਬਦਾਲੀ ਨੂੰ, ਪਰ ਗੁਰੂ ਕੀ ਮੋਹਰ ਨੂੰ ਉਹਨਾਂ ਨੇ ਆਂਚ ਨਹੀਂ ਸੀ ਆਉਣ ਦਿੱਤੀ। ਜੇ ਇਤਿਹਾਸਕ ਅਸੀਂ ਸੱਚਾਈਆਂ ਨੂੰ ਪੜ੍ਹਦੇ ਹਾਂ ਤਾਂ ਕੁਛ ਐਸੀ ਇਹ ਮਰਿਆਦਾਵਾਂ ਹਨ ਜੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਦਰਜ ਮੱਧ ਕੀਤੀ ਗਈ ਹੈ। ਪਰ ਜੋ ਵਿਚਾਰ ਸਾਡੇ ਸਾਹਮਣੇ ਸਵਾਲ ਹੈ ਵੀ ਜੇ ਕਿਸੇ ਬੱਚੀ ਦੇ ਚਿਹਰੇ ਤੇ ਕੇਸ ਆ ਜਾਣ ਤਾਂ ਉਹ ਕੀ ਕਰੇ, ਕਿਉਂਕਿ ਸਮਾਜ ਵਿੱਚ ਹੁਣ ਦੋ ਪਾਸੇ ਸਾਡੇ ਸਾਹਮਣੇ ਹਨ। ਇੱਕ ਪਾਸੇ ਲੋਕ ਰੀਤੀ ਹੈ, ਇੱਕ ਪਾਸੇ ਗੁਰੂ ਰੀਤੀ ਹੈ, ਗੁਰੂ ਮਰਿਆਦਾ ਹੈ। ਸਿੱਖ ਲਈ ਗੁਰੂ ਰੀਤੀ ਨੂੰ ਪਾਲਣਾ ਜ਼ਰੂਰੀ ਹੈ, ਲੋਕ ਰੀਤੀ ਦੀ ਪਰਵਾਹ ਨਾ ਕਰੇ। ਅਸੀਂ ਪਹਿਲਾਂ ਵੀ ਗੁਰਬਾਣੀ ਵਿੱਚ ਵੀ ਇਹ ਗੱਲ ਪੜ੍ਹ ਚੁੱਕੇ ਹਾਂ। ਦੂਸਰਾ ਇਹਦਾ ਕਾਰਨ ਹਾਰਮੋਨਸ ਡਿਸਆਰਡਰ ਹੈ। ਅਗਰ ਇਹ ਸ਼ੁਰੂ ਤੋਂ ਹੀ ਇਸ ਕਾਰਨ ਨੂੰ ਅਸੀਂ ਦੇਖ ਲਈਏ ਤਾਂ ਇਹਨੂੰ ਰੋਕਿਆ ਵੀ ਜਾ ਸਕਦਾ ਹੈ ਸ਼ੁਰੂ ਤੋਂ ਹੀ, ਕਿਉਂਕਿ ਅਸੀਂ ਪਹਿਲਾਂ ਇਹਦਾ ਖਿਆਲ ਨਹੀਂ ਕਰਦੇ। ਹਾਰਮੋਨ ਡਿਸਆਰਡਰਸ ਕਰਕੇ ਹੀ ਇਹ ਕੇਸ ਜਿਹੜੇ ਹਨ ਇਹ ਆਉਂਦੇ ਹਨ। ਉਸ ਵੇਲੇ ਅਸੀਂ ਇਹਦਾ ਖਿਆਲ ਨਹੀਂ ਕਰਦੇ, ਜਿਸ ਕਰਕੇ ਵੱਧਦੇ ਸ਼ੁਰੂ ਹੋ ਜਾਂਦੇ ਹਨ। ਫਿਰ ਸਾਨੂੰ ਇਹ ਲੱਗਣ ਲੱਗ ਪੈਂਦਾ ਹੈ ਹੁਣ ਅਸੀਂ ਕੀ ਕਰੀਏ। ਹੁਣ ਮੈਂ ਅਗਲੀ ਬੇਨਤੀ ਕਰ ਰਿਹਾ ਹਾਂ, ਮੇਰੇ ਪਾਸ ਕੋਈ ਪਾਵਰ ਨਹੀਂ ਹੈ ਵੀ ਮੈਂ ਇਹਦਾ ਅੱਗੋਂ ਜਵਾਬ ਦੇ ਸਕਾਂ, ਕਿਉਂਕਿ ਫੈਸਲੇ ਗੁਰੂ ਪੰਥ ਦੇ ਹਨ। ਗੁਰੂ ਪੰਥ ਦੇ ਕੀਤੇ ਹੋਏ ਫੈਸਲੇ ਮੁਤਾਬਕ ਹੀ ਮੈਂ ਆਪ ਜੀ ਦੇ ਨਾਲ ਜਿੰਨਾ ਵਿਚਾਰ ਸੀ ਉਹ ਸਾਂਝਾ ਕਰ ਰਿਹਾ ਹਾਂ। ਨਾ ਮੇਰੇ ਕੋਲ ਕੋਈ ਹੱਕ ਹੈ, ਨਾ ਸਾਡੀ ਜਥੇਬੰਦੀ ਕੋਲ ਕੋਈ ਹੱਕ ਹੈ ਵੀ ਇਹਦੇ ਬਾਰੇ ਨਿਰਣਾ ਕੀਤਾ ਜਾਵੇ। ਤਾਂ ਮੈਂ ਬੇਨਤੀ ਕਰਾਂਗਾ ਵੀ ਇਹਦੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਚਿੱਠੀ ਪੱਤਰ ਕੀਤਾ ਜਾਵੇ, ਉਹਨਾਂ ਤੋਂ ਹੋਰ ਸਪਸ਼ਟੀਕਰਨ ਮੰਗ ਲਿਆ ਜਾਏ, ਤਦ ਕਿ ਸਾਨੂੰ ਹੋਰ ਸਪਸ਼ਟਤਾ ਹੋ ਜਾਏ। ਕਿਉਂਕਿ ਸਿੱਖ ਮਿਸ਼ਨਰੀ ਕਾਲਜ ਜਾਂ ਮੇਰੇ ਵਰਗੇ ਇੱਕ ਛੋਟੇ ਜਿਹੇ ਵਿਅਕਤੀ ਨੂੰ ਇਹਦੇ ਅਧਿਕਾਰ ਖੇਤਰ ਵਿੱਚ ਕੋਈ ਹੋਰ ਦਖਲ ਦੇਣ ਦਾ ਹੱਕ ਨਹੀਂ ਹੈ ਕਿ ਮੈਂ ਕਹਿ ਦਿਆਂ ਨਹੀਂ ਜੀ ਇਸ ਤਰ੍ਹਾਂ ਕਰ ਲਓ ਜਾਂ ਤੁਸੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ। ਇਹ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਕੋਈ ਪੰਥ ਦਾ ਕੰਮ ਹੈ, ਪੰਥ ਦੀ ਮਰਿਆਦਾ ਹੈ, ਪੰਥ ਦਾ ਹੁਕਮ ਹੈ। ਤਾਂ ਮੈਂ ਇਸੇ ਵਾਸਤੇ ਇੰਨੀ ਕੁ ਬੇਨਤੀ ਕਰਦਾ ਹਾਂ ਵੀ ਹੋਰ ਕੋਈ ਸਪਸ਼ਟੀਕਰਨ ਦੇ ਬਾਰੇ ਚਾਹੀਦਾ ਹੋਵੇ ਤਾਂ ਸਿੱਖ ਰਹਿਤ ਮਰਿਆਦਾ ਦੇ ਬਾਰੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੰਪਰਕ ਕੀਤਾ ਜਾ ਸਕਦਾ ਹੈ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਈਮੇਲ ਜਾਂ ਚਿੱਠੀ ਪੱਤਰ ਰਾਹੀਂ ਉਹਦਾ ਜਵਾਬ ਮੰਗਿਆ ਜਾ ਸਕਦਾ ਹੈ। ਇੰਨੇ ਕੀ ਬੇਨਤੀ ਪ੍ਰਵਾਨ ਕਰ ਲੈਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਇੱਕ ਵਿਅਕਤੀ ਨੂੰ ਜਾਂ ਸੰਸਥਾ ਨੂੰ ਇਹ ਅਧਿਕਾਰ ਨਹੀਂ ਹੈ ਕਿ ਐਸਾ ਜਵਾਬ ਜਿਹੜਾ ਦੇ ਸਕੇ। ਵੀਰ ਜੀ ਨੇ ਦੱਸਿਆ, ਉਂਝ ਵੀਰ ਜੀ ਨੇ ਸਿੱਖ ਰਹਿਤ ਮਰਿਆਦਾ ਔਰ ਹੁਕਮਨਾਮੇ ਜਿਹੜੇ ਨੇ ਉਹਨਾਂ ਦੀਆਂ ਰੈਫਰੈਂਸ ਦੇ ਕੇ ਕੇਸਾਂ ਦੀ ਮਾਨਤਾ ਬਾਰੇ ਗੱਲ ਦੱਸੀ ਹੈ। ਔਰ ਸਿੱਖ ਰਹਿਤ ਮਰਿਆਦਾ ਵਿੱਚ ਬਕਾਇਦਾ ਜੇ ਕੇਸਾਂ ਦੀ ਬੇਦਬੀ ਹੋ ਜਾਏ ਤਾਂ ਉਹਦੇ ਬਾਰੇ ਵੀ ਉਹਨਾਂ ਨੇ ਗੱਲ ਜਿਹੜੀ ਦੱਸੀ। ਬਾਕੀ ਗੱਲ ਇਹ ਹੈ ਵੀ ਇਹ ਜ਼ਾਤੀ ਹਾਲਾਤ ਔਰ ਫੈਸਲਾ ਵੀ ਜਿਹੜਾ ਉਹ ਜ਼ਾਤੀ ਹੈ, ਕਿਉਂਕਿ ਇਹਦੇ 'ਚ ਹਾਂ ਇਹ ਜ਼ਰੂਰ ਹੈ ਕਿ ਹਰ ਗੁਰਸਿੱਖ ਜਿਹੜਾ ਉਹ ਜਿਸ ਵੇਲੇ ਕੋਈ ਫੈਸਲਾ ਲੈਣਾ ਉਹ ਸਿੱਖ ਰਹਿਤ ਮਰਿਆਦਾ ਨੂੰ ਜ਼ਰੂਰ ਆਪਣੇ ਸਾਹਮਣੇ ਰੱਖੇ। ਤਾਂ ਉਸ ਤੋਂ ਬਾਅਦ ਕਿਉਂਕਿ ਹੁਣ ਇਹ ਇੱਕ ਐਸਾ ਪੇਚੀਦਾ ਮਸਲਾ ਹੈ, ਜਿਵੇਂ ਮੈਂ ਪਹਿਲੇ ਬੇਨਤੀ ਕੀਤੀ ਹੈ ਬਈ ਇਹ ਅੱਜ ਕੱਲ੍ਹ ਆਮ ਮਤਲਬ ਆ ਵੀ ਕਈ ਬੱਚੀਆਂ ਨਾਲ ਦੇਖਿਆ ਜਾ ਰਿਹਾ ਔਰ ਕਈ ਮਤਲਬ ਇਹ ਗੱਲਬਾਤ ਵੀ ਹੋਈ ਹੈ ਕਈਆਂ ਨਾਲ। ਪਰ ਇਹਦਾ ਇਲਾਜ ਜਿਹੜਾ ਕੀ ਹੈ, ਕੋਈ ਐਲੋਪੈਥਿਕ ਜਾਂ ਹੋਮਿਓਪੈਥਿਕ ਜਾਂ ਕਿਸੇ ਹੋਰ ਇਲਾਜ ਹੈ ਉਹਦਾ ਤੇ ਮੈਂ ਕਹਿ ਨਹੀਂ ਸਕਦੇ ਅਸੀਂ। ਪਰ ਜਿੱਥੋਂ ਤੱਕ ਪੰਥਕ ਗੱਲ ਹੈ ਉਹ ਵੀਰ ਜੀ ਨੇ ਬੜੇ ਸਪਸ਼ਟ ਦੱਸਿਆ ਕਿ ਕੋਈ ਇੱਕ ਵਿਅਕਤੀ ਜਾਂ ਇੱਕ ਸੰਸਥਾ ਜਿਹੜੀ ਹੈ ਇਸ ਦਾ ਹੱਲ ਨਹੀਂ ਕਰ ਸਕਦੀ, ਕਿਉਂਕਿ ਇਹ ਸਿੱਖ ਰਹਿਤ ਮਰਿਆਦਾ ਦੀ ਮੱਦ ਹੈ ਕੇਸਾਂ ਨੂੰ ਸਾਬਤ ਰੱਖਣ ਲਈ। ਤੇ ਇਸ ਕਰਕੇ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ, ਆਓ ਆਪਾਂ ਵੱਧ ਤੋਂ ਵੱਧ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਾਂ ਉਹਨਾਂ ਨੂੰ ਕਮਿਊਨੀਕੇਸ਼ਨ ਕਰੀਏ, ਈਮੇਲਸ ਪਾਈਏ ਜਾਂ ਹੋਰ ਕੋਈ ਖਤ ਮੁਤਾਬਕ ਉਹਨਾਂ ਨੂੰ ਪਾਈਏ, ਤਾਂ ਜੇ ਉਹ ਇਹਦਾ ਕੋਈ ਪੰਥਕ ਫੈਸਲਾ ਲਿਆ ਜਾਏ ਤੇ ਤਾਂ ਹੀ ਹੋ ਸਕਦਾ। ਤੇ ਜਿਹਨਾਂ ਭੈਣ ਜੀ ਨੇ ਸਵਾਲ ਭੇਜਿਆ ਉਹਨਾਂ ਪਾਸੋਂ ਅਸੀਂ ਖਿਮਾ ਮੰਗਦੇ ਹਾਂ ਕਿ ਅਸੀਂ ਇਹਦਾ ਦੋ ਟੁਕ ਜਵਾਬ ਦੇਣ ਦਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਸੀ ਤੇ ਨਾ ਹੀ ਕਿਸੇ ਹੋਰ ਵਿਅਕਤੀ ਕੋਲ ਹੈ। ਤੋਂ ਇਸ ਲਈ ਕਿਰਪਾ ਕਰਕੇ ਆਓ ਆਪਾਂ ਅਕਾਲ ਤਖਤ ਸਾਹਿਬ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਜਾਣਕਾਰੀ ਕਰਾਈਏ ਤੇ ਉਹਨਾਂ ਦੇ ਵਿਚਾਰ ਲਏ ਜਾਣ। ਤਾਂ ਹਰਜੀਤ ਸਿੰਘ ਜੀ ਆਪ ਜੀ ਦਾ ਧੰਨਵਾਦ ਹੈ। ਤਾਂ ਸਾਧ ਸੰਗਤ ਜੀ ਅਗਲਾ ਜਿਹੜਾ ਸਵਾਲ ਹੈ ਉਹ ਐਸਾ ਸਵਾਲ ਹੈ ਜਿਹੜੇ ਕਈ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਆਉਂਦਾ ਹੈ
ਤੇ ਕਿਉਂਕਿ ਖਾਸ ਕਰਕੇ ਹੁਣ ਜਿਹੜੇ ਕਿਉਂਕਿ ਗਲੋਬਲਾਈਜੇਸ਼ਨ ਹੋ ਗਈ ਹੈ, ਸਾਰਾ ਸੰਸਾਰ ਇੱਕ ਛੋਟਾ ਜਿਹਾ ਪਿੰਡ ਬਣ ਗਿਆ, ਤੋ ਇੱਕ ਦੂਜੀ ਸਭਿਅਤਾ ਦਾ ਅਸਰ ਜਿਹੜਾ ਹੈ ਉਹ ਸਾਰੇ ਪਾਸੇ ਫੈਲ ਰਿਹਾ। ਤਾਂ ਇਸ ਵਿੱਚ ਜਿੰਨਾ ਚਿਰ ਅਸੀਂ ਕਿਸੇ ਆਪਣੇ ਮਤ ਵਿੱਚ ਪਰਪੱਕਨ ਹੋਈਏ ਤੇ ਉਹਦੇ ਲਈ ਆਮ ਹਾਲਾਤਾਂ ਵਿੱਚ ਕਈ ਚੀਜ਼ਾਂ ਐਸੀਆਂ ਮਨ 'ਚ ਉਭਰਨੀਆਂ ਆਉਣੀਆਂ ਜਿਹੜੀਆਂ ਨੇ ਉਹ ਸਹਿਵਨ ਨੇ ਕਿ ਹਾਇਆ ਵੀ ਹਾਂ ਵੀ ਇਸ ਮਤ 'ਚ ਇਹ ਗੱਲ ਹੈ, ਇਹ ਕਿਉਂ ਨਾ ਇਹਦੀ ਚੰਗੀ ਹੈ ਮਾੜੀ ਹੈ। ਤੋ ਉਹਦੇ ਨਾਲ ਕੀ ਹੈ ਵੀ ਕਈ ਵਾਰੀ ਨੌਜਵਾਨ ਆ ਕੇ ਥਿੜਕ ਜਾਂਦਾ। ਔਰ ਇਹੋ ਜਿਹਾ ਜਿਹੜਾ ਸਵਾਲ ਹੁਣ ਸਾਡੇ ਸਾਹਮਣੇ ਆਇਆ ਹੈ, ਇਹ ਵੀ ਬੜਾ ਇੱਕ ਸੀਰੀਅਸ ਸਵਾਲ ਹੈ। ਨੌਜਵਾਨ ਨੇ ਇਹ ਸਵਾਲ ਪੁੱਛਿਆ ਕਿ ਜੇ ਸਾਰੇ ਧਰਮ ਚੰਗੇ ਨੇ ਤਾਂ ਸਿੱਖ ਆਪਣਾ ਕੋਈ ਹੋਰ ਦੂਸਰਾ ਧਰਮ ਕਿਉਂ ਨਹੀਂ ਅਪਣਾ ਸਕਦਾ। ਤੋ ਇਹਦੇ ਲਈ ਹੈ ਇਹ ਵੀ ਸਵਾਲ ਬੜਾ ਔਖਾ ਜਿਹਾ ਹੈ, ਪਰ ਅਸੀਂ ਬੇਨਤੀ ਕੀਤੀ ਵੀ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਦੱਸਣ ਕਿ ਇਸ ਨੌਜਵਾਨ ਨੂੰ ਆਪਾਂ ਕੀ ਜਵਾਬ ਦੇਈਏ, ਜਿਹੜੇ ਪੁੱਛ ਰਹੇ ਨੇ ਕਿ ਜੇ ਸਾਰੇ ਧਰਮ ਚੰਗੇ ਨੇ ਤੇ ਚਲੋ ਮੈਂ ਹੁਣ ਠੀਕ ਹੈ ਸਿੱਖ ਧਰਮ 'ਚ ਮੈਂ ਦੂਜੇ ਪਾਸੇ ਕਿਉਂ ਨਹੀਂ ਜਾ ਸਕਦਾ। ਵੀਰ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਜਿਹੜੀ ਵਿਚਾਰ ਇਸ ਸਵਾਲ ਜਵਾਬ ਦੇ ਸੈਸ਼ਨ ਵਿੱਚ ਹੋ ਰਹੀ ਹੈ, ਆਰੰਭ ਦੇ ਵਿੱਚ ਜਿੱਥੇ ਵੀਰ ਐਮਪੀ ਸਿੰਘ ਜੀ ਨੇ ਇਹ ਸਾਨੂੰ ਸਮਝਾਇਆ ਹੈ ਕਿ ਸਾਡਾ ਜਿਹੜਾ ਪਿਆਰ ਹੈ ਉਹ ਇੱਕ ਪਾਸਾ ਨਹੀਂ ਹੈ, ਕਿ ਇਹ ਨਹੀਂ ਹੈ ਕਿ ਅਸੀਂ ਪਿਆਰ ਕਰੀਏ ਤੇ ਕੋਈ ਸਾਡੇ ਨਾਲ ਪਿਆਰ ਨਾ ਕਰੇ। ਇਹਦੇ ਤੇ ਗੁਰੂ ਜਿਹੜਾ ਹੈ ਉਹ ਵੀ ਸਿੱਖ ਤੇ ਕੁਰਬਾਨ ਜਾਂਦਾ ਹੈ ਤੇ ਸਿੱਖ ਗੁਰੂ ਤੇ ਕੁਰਬਾਨ ਜਾਂਦਾ ਹੈ। ਤੇ ਜਿਹੜਾ ਸਵਾਲ ਵੀਰ ਜੀ ਨੇ ਕੀਤਾ ਹੈ ਤੇ ਉਸ ਨੂੰ ਸਮਝਣ ਲੱਗਿਆ ਵੀ ਇਹ ਸਮਝਣਾ ਹੈ ਕਿ ਅਸੀਂ ਐਜ਼ ਏ ਸਿੱਖ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਿੱਖ ਧਰਮ ਦੇ ਵਿੱਚ ਜੋ ਚੰਗੇ ਚੰਗੇ ਸਾਨੂੰ ਗੁਣ ਦੱਸੇ ਹਨ, ਗੁਰਬਾਣੀ ਦੇ ਵਿੱਚ ਸਾਨੂੰ ਚੀਜ਼ਾਂ ਸਮਝਾਈਆਂ ਹਨ, ਉਹਨਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਜੋੜੀਏ। ਤੇ ਉਹ ਜਿਹੜੀ ਸੱਚੀ ਪ੍ਰੀਤ ਜਿਹੜੀ ਹੈ ਅਗਰ ਸਾਡੀ ਪੈ ਜਾਏਗੀ ਕਿਸੇ ਨਾਲ, ਅਗਰ ਕਿਸੇ ਨਾਲ ਸਾਡਾ ਪਿਆਰ ਹੈ, ਜਿਵੇਂ ਸਾਨੂੰ ਸਮਝਾਇਆ ਹੀ ਵੀ ਹੈ ਕਿ ਸਾਚ ਸੁਣ ਲਿਓ ਸਦਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਤੇ ਸਿੱਖ ਧਰਮ ਜਿਹੜਾ ਹੈ ਉਹ ਪ੍ਰੇਮ ਦਾ ਧਰਮ ਹੈ ਤੇ ਪ੍ਰੇਮ ਨਾਲ ਅਸੀਂ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਰਨਾ ਹੈ। ਔਰ ਅਸੀਂ ਇਤਿਹਾਸ ਵੱਲ ਵੀ ਅਗਰ ਝਾਤੀ ਮਾਰੀਏ ਤੇ ਸਿੱਖਾਂ ਨੂੰ ਸਮੇਂ ਦੇ ਉੱਪਰ ਇਹਨਾਂ ਨੂੰ ਪ੍ਰਲੋਭਨ ਦਿੱਤਾ ਗਿਆ ਹੈ, ਇਹਨਾਂ ਨੂੰ ਥ੍ਰੈਟ ਕੀਤਾ ਗਿਆ ਹੈ ਕਿ ਤੁਸੀਂ ਆਪਣੇ ਧਰਮ ਨੂੰ ਛੱਡੋ। ਲੇਕਿਨ ਜਿਸ ਨੇ ਵੀ ਪ੍ਰੀਤ ਪਾ ਲਈ ਹੈ, ਸਾਚੀ ਪ੍ਰੀਤ ਹਮ ਤੁਮ ਸੇ ਜੋੜੀ, ਉਹਨਾਂ ਨੇ ਫਿਰ ਉਸ ਤੋਂ ਤੋੜ ਕੇ ਕਿਸੇ ਹੋਰ ਨਾਲ ਨਹੀਂ ਜੁੜੀ। ਇਹ ਇੰਨਾ ਪੱਕਾ ਪਿਆਰ ਜਿਹੜਾ ਹੈ ਉਹ ਸਿੱਖ ਧਰਮ ਦੇ ਵਿੱਚ ਸਿੱਖ ਗੁਰੂਆਂ ਨਾਲ, ਸਿੱਖ ਫਿਲਾਸਫੀ ਦੇ ਨਾਲ, ਸਿੱਖ ਇਤਿਹਾਸ ਦੇ ਨਾਲ ਇਹ ਗੁਰਸਿੱਖ ਦਾ ਪੈ ਜਾਂਦਾ ਹੈ। ਲੇਕਿਨ ਜੇ ਅਗਰ ਅਸੀਂ ਆਪਣੇ ਧਰਮ ਵਿੱਚ ਪੱਕੇ ਨਹੀਂ ਹੈ, ਗੁਰਬਾਣੀ ਵੀ ਸਾਨੂੰ ਇਹ ਵੀ ਕਹਿੰਦੇ ਨੇ ਕਿ ਜਿਨ੍ਹਾਂ ਨਾਮ ਸੁਹਾਗਣੀ ਤਿੰਨਾ ਚਾਹਤ ਨਾ ਹੋ, ਕਿ ਜਿਨ੍ਹਾਂ ਨੇ ਇੱਕ ਪਿਆਰ ਜਿਹੜਾ ਹੈ ਉਹ ਗੁਰੂ ਨਾਲ ਪਾ ਰਿਹਾ ਹੈ, ਅਕਾਲ ਪੁਰਖ ਨਾਲ ਪਾ ਰਿਹਾ ਹੈ, ਤੇ ਫਿਰ ਉਹ ਕਿਸੇ ਹੋਰ ਪਾਸੇ ਝਾਤੀ ਨਹੀਂ ਮਾਰਦੇ। ਇਹ ਇੱਕ ਮਾਣ ਕਰਨ ਵਾਲੀ ਗੱਲ ਹੈ ਸਿੱਖ ਧਰਮ ਦੇ ਬਾਰੇ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਵੀਰ ਭੈਣ ਜੀ ਨੇ ਜਾਂ ਵੀਰ ਜੀ ਨੇ ਨੌਜਵਾਨ ਨੇ ਸਵਾਲ ਕੀਤਾ ਹੈ ਕਿ ਜੇ ਸਾਰੇ ਮਜ਼ਹਬ ਚੰਗੇ ਨੇ, ਇੱਥੇ ਸਾਡੇ ਸਿੱਖ ਗੁਰੂਆਂ ਨੇ ਸਾਨੂੰ ਇਸ ਬਾਰੇ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਇਸ ਬਾਰੇ ਅਗਵਾਈ ਦਿੱਤੀ ਹੈ। ਜਦੋਂ ਇੱਕ ਮੁਸਲਮਾਨ ਫਕੀਰ ਨੇ ਉਹਨਾਂ ਨੂੰ ਧਰਮ ਦੇ ਬਾਰੇ ਸਵਾਲ ਕੀਤਾ ਕਿ ਕਿਹੜਾ ਧਰਮ ਚੰਗਾ ਹੈ, ਤਾਂ ਉਹਨਾਂ ਨੇ ਇਹ ਗੱਲ ਜਵਾਬ ਦੇ ਦਿੱਤੀ ਸੀਗੀ ਕਿ फकीर साहब तुम्हारा तुमको मुबारक, हमारा हमको मुबारक। तो हमको मुबारक ਤਾਂ ਹੀ ਹੋਏਗਾ ਜੇ ਅਸੀਂ ਆਪਣੇ ਧਰਮ ਵਿੱਚ ਪੱਕੇ ਹੋਵਾਂਗੇ, ਅਗਰ ਸਾਡੇ ਵਿੱਚ ਵਿਸ਼ਵਾਸ ਜਿਹੜਾ ਹੈ ਗੁਰੂ ਦੇ ਉੱਪਰ ਪੱਕਾ ਹੋਏਗਾ। ਤੋ ਇਸ ਕਰਕੇ ਸਾਰੇ ਧਰਮ ਚੰਗੇ ਹਨ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਧਰਮ ਜਿਹੜੇ ਹਨ ਉਹ ਬਰਾਬਰ ਜਿਹੜੇ ਗੁਣ ਦੇ ਹਿਸਾਬ ਨਾਲ ਸਾਰੇ ਇੱਕੋ ਜਿਹੇ ਨਹੀਂ ਹਨ। ਬਰਾਬਰ ਚੰਗੇ ਗੁਣ ਤਾਂ ਹੋ ਸਕਦਾ ਹੈ ਕਿ ਮੁਸਲਮਾਨ ਆਪਣੇ ਧਰਮ ਨੂੰ ਚੰਗਾ ਕਹਿੰਦਾ ਹੈ, ਈਸਾਈ ਆਪਣੇ ਧਰਮ ਨੂੰ ਚੰਗਾ ਕਹਿੰਦਾ ਹੈ, ਹਿੰਦੂ ਧਰਮ ਆਪਣੇ ਆਪ ਨੂੰ ਚੰਗਾ ਕਹਿੰਦਾ ਹੈ। ਤੋ ਲੇਕਿਨ ਜਿਹੜਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜੋ ਗੁਰੂ ਨਾਨਕ ਪਾਤਸ਼ਾਹ ਨੇ ਕਾਲਨਾ ਕਾਲੀਆਂ ਨੇ, ਜੋ ਗੁਰੂ ਸਾਹਿਬ ਨੇ ਕਾਲਨਾ ਕਾਲੀਆਂ 239 ਸਾਲ ਦੇ ਸਮੇਂ ਦੇ ਅੰਦਰ, ਉਹ ਸਿੱਖ ਧਰਮ ਨੂੰ ਮਾਡਰਨ ਜਿਹੜਾ ਹੈ ਰਿਲੀਜਨ ਦੇ ਤੌਰ ਦੇ ਉੱਪਰ ਇਹ ਕਿਹਾ ਗਿਆ ਹੈ। ਈਵਨ ਜਿਹੜੇ ਫਿਲਾਸਫਰ ਨੇ ਜਿਨ੍ਹਾਂ ਨੇ 500 ਧਰਮ ਦੇ ਮੁਤਾਲੇ ਵੀ ਕੀਤੇ ਹਨ, ਜਿਵੇਂ ਐਚ ਐਲ ਬਰਾੜਸ਼ਾਹ ਨੇ ਜਿਹੜਾ ਓਕਲਾਹੋਮਾ ਯੂਨੀਵਰਸਿਟੀ ਦਾ ਜਿਹੜਾ ਪ੍ਰੋਫੈਸਰ ਸੀ, ਉਹਨੇ ਅੰਤ ਵਿੱਚ ਇਹ ਲਿਖਿਆ ਗਿਆ ਕਿ ਸਿੱਖੀਜ਼ਮ ਇਜ਼ ਅ ਮਾਡਰਨ ਰਿਲੀਜਨ ਐਂਡ ਡੋਂਟ ਥਿੰਕ ਦਿਸ ਇਜ਼ ਅ ਰਿਲੀਜਨ, ਦਿਸ ਇਜ਼ ਰਿਲੀਜਨ ਆਫ ਦ ਮਾਡਰਨ ਏਜ।
ਤੋ ਇਸ ਕਰਕੇ ਇਹ ਮਾਡਰਨ ਏਜ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਸਿੱਖ ਧਰਮ ਜਿਹੜਾ ਹੈ ਉਸ ਨੂੰ ਬੜੀ ਉੱਚਾ ਸਥਾਨ ਪ੍ਰਾਪਤ ਹੈ ਔਰ ਹਰ ਥਾਂ ਦੇ ਉੱਪਰ ਦੁਨੀਆ ਦੇ ਹਰ ਕੋਨੇ ਦੇ ਅੰਦਰ ਸਿੱਖਾਂ ਦੀ ਇਸ ਵਕਤ ਜਿਹੜੀ ਹੈ ਉਹ ਤਾਰੀਫ ਹੋ ਰਹੀ ਹੈ ਕਿਉਂਕਿ ਸਿੱਖਾਂ ਦਾ ਜਿਹੜਾ ਸੈਲਫਲੈਸ ਜੀਵਨ ਹੈ, ਸੈਕਰੀਫਾਈਸ ਦਾ ਜਿਹੜਾ ਜੀਵਨ ਹੈ, ਸਿੱਖ ਜਿਸ ਤਰੀਕੇ ਨਾਲ ਦੂਸਰਿਆਂ ਦੇ ਨਾਲ ਪਿਆਰ ਕਰਦੇ ਹਨ, ਦੂਸਰਿਆਂ ਦੀ ਸੇਵਾ ਕਰਦੇ ਹਨ ਔਰ ਆਪਣੇ ਜੀਵਨ ਦੇ ਵਿੱਚ ਜਿਵੇਂ ਸਿਮਰਨ ਕਰਕੇ ਸੇਵਾ ਸਿਮਰਨ ਦੇ ਰਾਹੀਂ ਆਪਣੇ ਜੀਵਨ ਨੂੰ ਉਚੇਰਾ ਬਣਾ ਰਹੇ ਹਨ, ਦੁਨੀਆ ਵਿੱਚ ਮਾਣ ਪ੍ਰਾਪਤ ਕਰ ਰਹੇ ਹਨ। ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਸਾਡੇ ਮਨ ਵਿੱਚ ਕਦੀ ਸਵਾਲ ਆਏਗਾ ਕਿ ਅਸੀਂ ਆਪਣਾ ਉੱਤਮ ਮਤ ਛੱਡ ਕਰਕੇ ਕਿਸੇ ਹੋਰ ਮਤ ਵਿੱਚ ਜਾਈਏ। ਇੱਕ ਸਵਾਲ ਹੋਰ ਪੈਦਾ ਇਹਦੇ ਨਾਲ ਹੀ ਖੜਾ ਹੁੰਦਾ ਹੈ ਕਿ ਮੰਨ ਲਓ ਅੱਜ ਮੇਰੇ ਮਨ ਵਿੱਚ ਇਹ ਖਿਆਲ ਆ ਗਿਆ ਕਿ ਮੈਂ ਅੱਜ ਸਿੱਖੀ ਛੱਡ ਕੇ ਤੇ ਮੈਂ ਕਿਸੇ ਹੋਰ ਮਤ ਦੇ ਵਿੱਚ ਚਲਾ ਜਾਵਾਂ, ਤੇ ਕੀ ਉੱਥੇ ਗਾਰੰਟੀ ਹੈ ਕਿ ਮੈਨੂੰ ਫਿਰ ਉਸ ਧਰਮ ਵਿੱਚ ਜਾ ਕਰਕੇ ਵੀ ਮੇਰੇ ਮਨ ਵਿੱਚ ਇਹ ਖਿਆਲ ਨਹੀਂ ਆਏਗਾ ਕਿ ਮੈਨੂੰ ਜਿਹੜਾ ਤੀਸਰਾ ਚੰਗਾ ਧਰਮ ਹੈ ਮੈਂ ਉਹਨੂੰ ਅਪਣਾ ਲਵਾਂ, ਤੇ ਫਿਰ ਤੀਜੇ ਵੀ ਜਾ ਕੇ ਇਹ ਖਿਆਲ ਆਏਗਾ ਕਿ ਮੈਂ ਚੌਥਾ ਅਪਣਾ ਲਵਾਂ। ਤੇ ਇਸ ਤਰ੍ਹਾਂ ਦੇ ਮੇਰੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਧਰਮ ਦੇ ਵਿੱਚ ਟਪੋਸੀਆਂ ਮਾਰਦਿਆਂ ਹੀ ਜਿਹੜੀ ਲੰਘ ਜਾਏਗੀ। ਤੇ ਮੈਂ ਆਪਣਾ ਜਿਹੜਾ ਜੀਵਨ ਹੈ ਭਈ ਪ੍ਰਾਪਤ ਮਾਨੁਖ ਦੇ ਹੁਦੀਆ ਗੋਬਿੰਦ ਮਿਲਣ ਕੀ ਹੈ ਤੇਰੀ ਬੜੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹੜਾ ਸਿਸਟਮ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਉਹਦੇ ਵਿੱਚ ਫਿਰ ਅਸੀਂ ਕੁਝ ਕੀਤਾ ਨਹੀਂ ਤੇ ਆਪਣਾ ਜੀਵਨ ਅਸੀਂ ਐਵੇਂ ਜਿਹੜਾ ਉਹ ਵਿਅਰਥ ਗਵਾ ਦਿਆਂਗੇ। तो मेरी इस नौजवान वीर ਨੂੰ ਇਹ ਬੇਨਤੀ ਹੈ ਕਿ ਆਪ ਜੀ ਜੋ ਧਰਮ ਹੈ ਆਪਣੇ ਧਰਮ ਦੇ ਵਿੱਚ ਆਪਣੇ ਧਰਮ ਦੀ ਕਮਾਈ ਕਰੋ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ ਤੇ ਆਪਣਾ ਜੀਵਨ ਸਫਲਾ ਕਰੋ। ਇਹਨੇ ਬਚਨ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਦੇਖੋ ਹਰੇਕ ਮਾਤਾ ਪਿਤਾ ਜਿਹੜਾ ਹੈ ਉਹਦੇ ਬੱਚੇ ਦੀ ਪਾਲਣਾ ਪੋਸ਼ਣਾ ਉਹਦੀ ਅਪਬ੍ਰਿੰਗਿੰਗ ਦੀ ਜ਼ਿੰਮੇਵਾਰੀ ਮਾਤਾ ਪਿਤਾ ਦੀ ਹੁੰਦੀ ਹੈ। ਔਰ ਮਾਤਾ ਪਿਤਾ ਤਕਰੀਬਨ ਸਾਰੇ ਮਾਤਾ ਪਿਤਾ ਬੜੇ ਜਾਗਰੂਕ ਹੁੰਦੇ ਨੇ ਕਿ ਬੱਚਿਆਂ ਨੂੰ ਉਹਨਾਂ ਦਾ ਰਹਿਣ ਸਹਿਣ ਕੈਸਾ ਹੋਵੇ, ਉਹਨਾਂ ਦਾ ਬੋਲਣ ਚਾਲਣ ਕੈਸਾ ਹੋਵੇ, ਉਹਨਾਂ ਨੂੰ ਕਿਸ ਤਰ੍ਹਾਂ ਐਜੂਕੇਸ਼ਨ ਦੇਣੀ ਹੈ, ਕਿਸ ਤਰ੍ਹਾਂ ਸੁਸਾਇਟੀ 'ਚ ਰੱਖਣਾ, ਬੜਾ ਖਿਆਲ ਰੱਖਦੇ ਨੇ। ਔਰ ਹੁਣ ਕਿਉਂਕਿ ਸਾਇੰਸ ਦਾ ਤੇ ਵਿਦਿਆ ਦਾ ਪਸਾਰਾ ਹੋ ਰਿਹਾ ਤੇ ਵਾਕਈ ਅੱਜ ਦੇ ਯੁੱਗ ਵਿੱਚ ਹਰੇਕ ਮਾਤਾ ਪਿਤਾ ਆਪਣੇ ਬੱਚੇ ਦੇ ਭਵਿੱਖ ਬਾਰੇ ਬੜਾ ਚਿੰਤਾਤੁਰ ਹੁੰਦਾ ਹੈ। ਇਹ ਚੰਗੀ ਗੱਲ ਹੈ। ਔਰ ਬੱਚਾ ਜੇ 2 ਸਾਲ ਦਾ ਹੀ ਹੁੰਦਾ ਹੈ ਤੇ ਉਹ ਸੋਚਣਾ ਸ਼ੁਰੂ ਕਰ ਦਿੰਦੇ ਨੇ ਵੀ ਕਿਹੜੇ ਸਕੂਲ 'ਚ ਪਾਵਾਂਗੇ। ਉਹਨੂੰ ਇਹ ਹੈ ਜਿਸ ਵੇਲੇ ਬੱਚਾ ਅਜੇ ਹਾਈ ਸਕੂਲ 'ਚ ਜਾਣ ਲੱਗਦਾ ਤਾਂ ਉਸ ਤੋਂ ਪਹਿਲਾਂ ਹੀ ਇਹ ਫੈਸਲੇ ਹੋ ਜਾਂਦੇ ਨੇ ਵੀ ਇਹਨੂੰ ਕਿਹੜੀ ਲਾਈਨ, ਕਿਹੜੇ ਸਬਜੈਕਟ ਲੈ ਕੇ ਦੇਣੇ ਨੇ, ਕੀ ਬਣਾਉਣਾ, ਕੀ ਕਰਨਾ। ਕਹਿਣ ਦਾ ਭਾਵ ਇਹ ਹੈ ਕਿ ਹਰੇਕ ਸਟੈਪ ਤੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ ਤੇ ਹਰੇਕ ਮਾਤਾ ਪਿਤਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਵੀ ਜਿੱਥੇ ਦੁਨਿਆਵੀ ਸੋਸ਼ਲ ਤੌਰ ਤੇ, ਦੁਨਿਆਵੀ ਤੌਰ ਤੇ, ਰਾਜਨੀਤਿਕ ਤੌਰ ਤੇ ਆਪਣੇ ਬੱਚੇ ਨੂੰ ਉਹ ਜਾਗਰੂਕ ਰੱਖਦੇ ਨੇ, ਉੱਥੇ ਉਹਨਾਂ ਦੀ ਇਹ ਜ਼ਿੰਮੇਵਾਰੀ ਮਾਤਾ ਪਿਤਾ ਦੀ ਸਭ ਤੋਂ ਪਹਿਲਾਂ ਬਣਦੀ ਹੈ ਕਿ ਉਹ ਆਪਣੇ ਬੱਚੇ ਨੂੰ ਆਪਣੇ ਸੱਭਿਆਚਾਰ ਬਾਰੇ, ਆਪਣੇ ਗੁਰ ਇਤਿਹਾਸ ਬਾਰੇ, ਗੁਰਬਾਣੀ ਬਾਰੇ ਵੀ ਜੋੜਿਆ ਜਾਏ। ਜਿਹੜੇ ਮਾਤਾ ਪਿਤਾ ਬਚਪਨ ਤੋਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਕੀਰਤਨ ਨਾਲ ਜੋੜਦੇ ਨੇ, ਕਿਉਂਕਿ ਕੀਰਤਨ ਇੱਕ ਐਸੀ ਪਿਛਲੇ ਦਿਨਾਂ ਵਿੱਚ ਕਿਸੇ ਨਾਲ ਵਿਚਾਰ ਹੋ ਰਹੀ ਸੀ ਕਿ ਦੇਖਣ 'ਚ ਆਇਆ ਵੀਰ ਤਜਿੰਦਰ ਸਿੰਘ ਨੇ ਇਹੋ ਜਿਹੀ ਗੱਲ ਦੱਸੀ ਸੀਗੀ ਕਿ ਜਿਹੜੇ ਬੱਚੇ ਕੀਰਤਨ ਨਾਲ ਜੁੜੇ ਨੇ ਉਹ ਬੱਚੇ ਤਕਰੀਬਨ ਮਤਲਬ ਆ ਵੀ ਤਕਰੀਬਨ ਕਿ ਸਾਰੇ ਉਹ ਸਹੀ ਪਾਸੇ ਰਹਿੰਦੇ। ਔਰ ਸਤਸੰਗ ਜੀ ਮੇਰਾ ਵੀ ਇੱਥੇ ਦਾ ਕੈਨੇਡਾ ਦਾ ਤਜਰਬਾ ਵੀ ਕੁਝ ਨੌਜਵਾਨ ਜਿਹੜੇ ਨੇ ਯੂਨੀਵਰਸਿਟੀ ਜਿਸ ਵੇਲੇ ਗਏ ਤਾਂ ਉੱਥੇ ਉਹਨਾਂ ਨੇ ਆ ਕੇ ਦੱਸਿਆ ਵੀ ਸੀ 4-5 ਐਸੇ ਸੱਤ ਹੈਗੇ ਆ, ਕਿਉਂਕਿ ਇੱਥੇ ਤੇ ਕਲਚਰ ਤੁਹਾਨੂੰ ਪਤਾ ਵੀ ਕੋਈ ਸਾਡੇ ਬੈਕ ਹੋਮ ਵਰਗਾ ਤੇ ਹੈ ਨਹੀਂ, ਇੱਥੇ ਤੇ ਮਲਟੀ ਕਲਚਰ ਹੈ। ਪਰ ਉਹ ਕਹਿੰਦੇ ਸੀ 4-5 ਆ ਅਸੀਂ ਵੀਕਐਂਡ ਤੇ ਬਾਕੀਆਂ ਨੇ ਆਪਣੀਆਂ ਦੂਸਰੀ ਪਾਰਟੀ ਤੇ ਜਾਣਾ ਤੇ ਅਸੀਂ ਸਾਰੀ ਰਾਤ ਕੀਰਤਨ ਕਰਨਾ ਵੀ ਚਲੋ ਵੀਕਐਂਡ ਤੇ ਦੇਰ ਰਾਤ ਤੱਕ ਕੀਰਤਨ ਕਰੀ। ਤੇ ਇਹ ਗੱਲ ਸਾਧ ਸੰਗਤ ਔਨ ਰੈਕਰਡ ਹੈ ਕਿ ਉਹ ਬੱਚੇ ਯੂਨੀਵਰਸਿਟੀ ਚੋਂ ਬੜੇ ਅੱਛੇ ਮਤਲਬ ਆ ਵੀ ਟੌਪਰ ਬਣ ਕੇ ਨਿਕਲੇ ਨੇ। ਔਰ ਉਹਨਾਂ ਚੋਂ 1-2 ਬੱਚੇ ਨੂੰ ਮੈਂ ਜਾਣਦਾ ਵੀ ਜਿਨ੍ਹਾਂ ਨੇ ਮੈਨੂੰ ਗੱਲ ਦੱਸੀ ਸੀ ਕਿ ਇਸ ਵੇਲੇ ਬੜੀਆਂ ਅੱਛੀਆਂ ਕੰਪਨੀਆਂ 'ਚ ਉਹਨਾਂ ਨੂੰ ਜੌਬ ਵੀ ਮਿਲ ਗਈ। ਸੋ ਕਾਰਨ ਇਹ ਹੈ ਕਿ ਜਿਸ ਵੇਲੇ ਅਸੀਂ ਬੱਚੇ ਨੂੰ ਗੁਰਬਾਣੀ ਨਾਲ ਜੋੜਦੇ ਹਾਂ ਤੇ ਨੈਚੁਰਲੀ ਗੁਰਬਾਣੀ ਦੇ ਵਿੱਚ ਅਸੀਂ ਮੰਨੀਏ ਨਾ ਮੰਨੀਏ ਤਾਕਤ ਜ਼ਰੂਰ ਹੈ। ਕਈ ਲੋਕ ਦਲੀਲ ਵਾਸਤੇ ਕਹਿੰਦੇ ਨੇ ਵੀ ਇਹ ਕਿਵੇਂ ਜੀ, ਪਰ ਨਹੀਂ, ਬਾਣੀ ਦੀ ਜਿਹੜੀ ਤਾਕਤ ਹੈ ਉਹ ਐਕਸਪਲੇਨ ਨਹੀਂ ਕੀਤੀ ਜਾ ਸਕਦੀ। ਤਾਂ ਇਸ ਕਰਕੇ ਮੈਂ ਜ਼ੋਰ ਇਸ ਗੱਲ ਤੇ ਦੇ ਰਿਹਾ ਕਿ ਹਰੇਕ ਮਾਤਾ ਪਿਤਾ ਦਾ ਇਹ ਫਰਜ਼ ਬਣਦਾ ਹੈ ਕਿ ਬਚਪਨ ਤੋਂ ਹੀ ਬੱਚੇ ਨੂੰ ਗੁਰ ਇਤਿਹਾਸ ਔਰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖੇ। ਜਿਹੜੇ ਮਾਤਾ ਪਿਤਾ ਐਸੇ ਕਰਦੇ ਨੇ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਸ਼ਾਇਦ ਕਿਸੇ ਭੁੱਲੀ ਪੈਂਦੇ ਹੋਣ। ਤੇ ਜਿਨ੍ਹਾਂ ਦੇ ਮਨ 'ਚ ਸਵਾਲ ਆਉਂਦਾ ਇਹੋ ਜਿਹਾ ਕਿ ਅਸੀਂ ਕਿਉਂ ਨਾ ਦੂਜਾ ਧਰਮ ਬਦਲ ਲਈਏ, ਤੇ ਲੱਗਦਾ ਹੈ
ਕਿ ਉਹਨਾਂ ਦੇ ਪਾਲਣ ਪੋਸ਼ਣ ਵਿੱਚ ਕੋਈ ਫਰਕ ਰਹਿ ਗਿਆ ਹੋ ਸਕਦਾ। ਤੋ ਖੈਰ ਆਪਾਂ ਕਿਸੇ ਨੂੰ ਇਹ ਚੰਗਾ ਮਾੜਾ ਨਹੀਂ ਕਰ ਸਕਦੇ, ਪਰ ਇੰਨਾ ਤੇ ਜ਼ਰੂਰ ਅਸੀਂ ਕਰ ਸਕਦੇ ਹਾਂ ਕਿ ਅਸੀਂ ਆਪ ਹੁਣ ਜਾਗਰੂਕ ਹੋਈਏ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨ ਨੇ, ਸਾਡੇ ਬੱਚੇ ਨੇ ਜਾਂ ਸਾਡੇ ਗ੍ਰੈਂਡ ਚਿਲਡਰਨ ਨੇ, ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਜਿਹੜੇ ਮੱਤ ਦੇ ਸੱਭਿਆਚਾਰ ਦੇ ਨਾਲ, ਗੁਰਬਾਣੀ ਦੇ ਨਾਲ, ਗੁਰ ਇਤਿਹਾਸ ਦੇ ਨਾਲ ਜ਼ਰੂਰ ਉਹਨਾਂ ਨੂੰ ਦਸੀਏ, ਤਾਂ ਜੋ ਉਹਨਾਂ ਦੇ ਮਨ ਵਿੱਚ ਉਕਰ ਜਾਏ। ਦੇਖੋ, ਬੱਚੇ ਦਾ ਮਨ ਜਿਹੜਾ ਹੈ ਉਹ ਕੋਰੀ ਸਲੇਟ ਹੁੰਦਾ, ਉਹਨੇ ਜਿਹੜੀ ਗੱਲ ਸਿੱਖਣੀ ਹੈ। ਮੈਂ ਪਿੱਛੇ ਇੱਕ ਸਵਾਲ ਦੇ ਜਵਾਬ ਵਿੱਚ ਵੀ ਦੱਸਿਆ ਸੀਗਾ, ਬੇਨਤੀ ਕੀਤੀ ਸੀ ਕਿ ਕਿਸੇ ਨੂੰ ਗੱਲ ਸਮਝਾਣੀ ਹੋਵੇ ਤੇ ਜਿੰਨੀ ਛੋਟੀ ਉਮਰ ਦਾ ਬੱਚਾ ਹੋਏਗਾ ਉਹ ਜ਼ਿਆਦਾ ਗੱਲ ਸਮਝੇਗਾ। ਹੁਣ ਜਿਹੜੇ ਪ੍ਰੌੜ ਸਾਡੇ ਵਰਗੇ ਮਤਲਬ ਵੀ 올ਡ ਏਜ ਵਿੱਚ ਆ ਗਏ ਨੇ, ਇਹ ਤਾਂ ਬੁੱਢੇ ਤੋਤੇ ਨੇ, ਇਹਨਾਂ ਨੂੰ ਪੜ੍ਹਾਉਣਾ ਬੜਾ ਔਖਾ ਹੁੰਦਾ। ਪਰ ਬੱਚੇ ਜਿਹੜੇ ਨੇ ਉਹ ਬੜੇ ਇਸ ਗੱਲੋਂ ਰਿਸੈਪਟੇਬਲ ਹੁੰਦੇ ਨੇ, ਉਹਨਾਂ ਨੂੰ ਕੋਈ ਗੱਲ ਦੱਸੋ ਫਟ ਅਪਣਾ ਲੈਂਦੇ ਨੇ। ਤੋ ਇਸ ਕਰਕੇ ਲੋੜ ਹੈ ਕਿ ਆਪਾਂ ਸਟਿਚ ਇਨ ਟਾਈਮ ਸੇਵਸ 9, ਕਿ ਇਹ ਨਾ ਹੋਵੇ ਕਿ ਅਸੀਂ ਬਚਪਨ ਬੱਚਿਆਂ ਦਾ ਲਾੜ ਵਿੱਚ ਲੰਘਾ ਦਈਏ ਤੇ ਮੁੜ ਕੇ ਆਪ ਦੁਖੀ ਹੋਈਏ। ਤੋ ਲੋੜ ਹੈ ਇਸ ਗੱਲ ਦੀ। ਔਰ ਮੈਂ ਫਿਰ ਇਹ ਕਹਿ ਰਿਹਾ, ਮੇਰੇ ਮਨ ਦਾ ਪੱਕਾ ਇਹ ਯਕੀਨ ਹੈ ਕਿ ਉਹਨਾਂ ਬੱਚਿਆਂ ਦੇ ਮਨ 'ਚ ਸਵਾਲ ਆਉਂਦੇ ਨੇ ਜਿਨ੍ਹਾਂ ਦੀ ਪਾਲਣਾ ਪੋਸ਼ਣ ਵਿੱਚ ਇਹ ਜਿਹੜਾ ਗੁਰਮਤ ਦਾ ਅੰਗ ਨਹੀਂ। ਤੋ ਆਓ ਅਸੀਂ ਐਜ਼ ਪੇਰੈਂਟਸ, ਐਜ਼ ਗ੍ਰੈਂਡ ਪੇਰੈਂਟਸ ਇਸ ਸਵਾਲ ਤੋਂ ਹੀ ਮੈਂ ਕਹਿੰਦਾ ਸਿੱਖਿਆ ਲਈਏ ਕਿ ਕਿਤਨੀ ਜ਼ਰੂਰਤ ਹੈ ਕਿ ਬੱਚੇ ਨੂੰ ਅਸੀਂ ਗੁਰਬਾਣੀ ਨਾਲ, ਗੁਰ ਇਤਿਹਾਸ ਨਾਲ, ਸੱਭਿਆਚਾਰ ਨਾਲ ਜੋੜ ਕੇ ਰੱਖੀਏ। ਔਰ ਜੇ ਹੋਵੇ ਤੇ ਬਾਣੀ ਤੇ ਸਾਨੂੰ ਬੜਾ ਸਪਸ਼ਟ ਦੱਸਦੀ ਕਿ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਹੇ। ਇਸ ਕਰਕੇ ਜੇ ਸਮਝ ਆ ਜਾਏ ਬਾਣੀ ਦੀ ਤਾਂ ਫਿਰ ਇਹ ਸਵਾਲ ਮਨ 'ਚ ਆਏਗਾ ਹੀ ਨਹੀਂ ਕਿ ਮੈਂ ਇੱਕ ਧਰਮ ਛੱਡ ਕੇ ਦੂਜੇ ਹਲਕੇ ਹੋ ਜਾਵਾਂ। ਸਰ ਤਜਿੰਦਰ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਸਵਾਲ ਦਾ ਹੱਲ ਸਾਨੂੰ ਦੱਸਿਆ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਔਰ ਸੰਗਤ ਦਾ ਮੈਂ ਧੰਨਵਾਦ ਕਰਦਾ ਕਿ ਸਾਨੂੰ ਵੱਖ-ਵੱਖ ਵਿਸ਼ਿਆਂ ਤੇ ਸਵਾਲ ਆਉਂਦੇ ਨੇ, ਜਿਨ੍ਹਾਂ ਨਾਲ ਮੈਂ ਹਰ ਵਾਰੀ ਤਕਰੀਬਨ ਕਹਿੰਦਾ ਕਿ ਜੇ ਮੈਂ ਸੈਲਫਿਸ਼ ਹੋਵਾਂਗਾ, ਮੈਂ ਸੈਲਫਿਸ਼ ਹੀ ਹਾਂ ਕਿ ਤੁਸੀਂ ਸਵਾਲ ਪਾਉਂਦੇ ਹੋ ਤੇ ਅਸੀਂ ਉਹਦਾ ਲੱਭਣ ਦਾ ਯਤਨ ਕਰਦੇ ਹਾਂ ਤੇ ਸਾਡੇ ਆਪ ਗਿਆਨ ਵਿੱਚ ਵਾਧਾ ਹੁੰਦਾ ਹੈ। ਔਰ ਅਸੀਂ ਇੱਕ ਦੂਜੇ ਕੋਲੋਂ ਫੀਡ ਲੈ ਕੇ, ਸਲਾਹ ਲੈ ਕੇ, ਔਰ ਸੰਗਤ ਵਿੱਚੋਂ ਬੜਾ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ। ਗਰੁੱਪ ਚੈਟ ਵਿੱਚ ਬੜੇ ਐਸੇ ਸਾਨੂੰ ਮੋਟੀਵੇਸ਼ਨਲ ਜਿਹੜੇ ਨੇ ਉਹ ਵੀ ਰਿਮਾਰਕਸ ਆਉਂਦੇ ਨੇ, ਔਰ ਐਜੂਕੇਸ਼ਨ ਵੀ ਸਾਨੂੰ ਕਾਫੀ ਵਿੱਚ ਗੱਲਾਂ ਜਿਹੜੀਆਂ ਨੇ ਮਿਲਦੀਆਂ ਨੇ। ਸੰਗਤ ਵਿੱਚ ਬਹੁਤ ਸਾਰੇ ਵਿਦਵਾਨ, ਤਕਰੀਬਨ ਸਾਰੇ ਵਿਦਵਾਨਾਂ ਦੀ ਕਲਾਸ ਹੈਗੀ ਹੈ। ਤੋ ਮੈਂ ਹਰ ਵਾਰੀ ਬੇਨਤੀ ਕਰਦਾ, ਅੱਜ ਵੀ ਕਰਨ ਲੱਗਾ, ਵੀ ਕਿਰਪਾ ਕਰਕੇ ਸਾਨੂੰ ਹਰ ਕਦਮ ਤੇ ਸੁਝਾਅ ਦਿਓ, ਸਾਡੀ ਅਗਵਾਈ ਕਰੋ। ਤੋ ਸੰਗਤ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਆਪਣੇ ਸਵਾਲ ਵੀ ਭੇਜੋ ਤੇ ਸੁਝਾਅ ਵੀ ਭੇਜੋ। ਤੋ ਸਾਧ ਸੰਗਤ ਜੀ, ਸੰਗਤ ਵਿੱਚ ਕੁਝ ਆਈਡੀਜ਼ ਨਵੀਆਂ ਨੇ ਪਰ ਨਾਂ ਨਹੀਂ ਲਿਖੇ, ਉਹ ਤਕਰੀਬਨ ਫੋਨ ਨੰਬਰ ਵਗੈਰਾ ਨਾਲ ਹੀ ਹਨ। ਤੇ ਮੈਂ ਬੇਨਤੀ ਕਰਾਂ ਕਿ ਜਿਹੜੇ ਵੀ ਅੱਜ ਸੰਗਤ ਵਿੱਚ ਕੋਈ ਨਵੇਂ ਵੀਰ ਭੈਣ ਆਏ ਨੇ, ਉਹ ਕਿਰਪਾ ਕਰਕੇ ਆਪਣੇ ਨੂੰ ਅਨਮਿਊਟ ਕਰ ਲਓ ਜੀ, ਔਰ ਸੰਗਤ ਨਾਲ ਫਤਿਹ ਦੀ ਸਾਂਝੀ ਕਰ ਲਓ। ਕਿਉਂਕਿ ਨਾਮ ਹੁੰਦੇ ਤੇ ਮੈਂ ਨਾਮ ਬੋਲ ਦਿੰਦਾ। 3-4 ਆਈਡੀਜ਼ ਨਵੀਆਂ ਦਿਸ ਰਹੀਆਂ ਨੇ ਪਰ ਉਹ ਕੇਵਲ ਫੋਨ ਨੰਬਰ ਨੇ। ਤੋ ਕਿਰਪਾ ਕਰਕੇ ਜਿਹੜੇ ਨਵੇਂ ਕੋਈ ਸਾਥੀ ਜੁੜੇ ਨੇ ਉਹ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ, ਔਰ ਸੰਗਤ ਨਾਲ ਫਤਿਹ ਦੀ ਸਾਂਝ ਪਾ ਲਓ। ਵਗਿਆਵਾਂ ਵੀ ਹੋ ਗਈਆਂ ਹੋਣਗੀਆਂ, ਉਹਨਾਂ ਲਈ ਖਿਮਾ ਮੰਗਦੇ ਆ। ਔਰ ਅੱਜ ਕੁਦਰਤੀ ਸਵਾਲ ਵੀ ਐਸੇ ਸਨ ਸਾਧ ਸੰਗਤ ਜੀ ਕਿ ਜਿਹੜੇ ਬੜੇ ਕੰਪਲੈਕਸ ਜਿਹੇ ਸਵਾਲ ਨੇ, ਤੇ ਇਹ ਮੈਂ ਸਮਝਦਾ ਕਿ ਇਹਨਾਂ 'ਚ ਕਾਫੀ ਕੁਝ ਹੋਰ ਸੰਗਤ ਸਾਨੂੰ ਦੱਸਣ ਦੀ ਯਤਨ ਕਰੇਗੀ। ਤੋ ਕਿਰਪਾ ਕਰਕੇ ਤੁਹਾਡੇ ਮਨ 'ਚ ਵੀ ਜਿਹੜੀਆਂ ਗੱਲਾਂ ਆਉਂਦੀਆਂ ਨੇ ਉਹ ਜ਼ਰੂਰ ਦੱਸੋ ਜੀ, ਜਾਂ ਗਰੁੱਪ ਚੈਟ 'ਚ ਪਾ ਦਿਓ, ਜਾਂ ਆਪਣਾ ਸਵਾਲ ਤੁਸੀਂ ਲਿਖ ਕੇ ਭੇਜ ਸਕਦੇ ਹੋ, ਜਾਂ ਹੈਂਡ ਰੇਜ਼ ਕਰਕੇ ਵੀ ਦੱਸ ਸਕਦੇ ਹੋ। ਵੀਰ ਐਮਪੀ ਜੀ ਤੁਹਾਡੇ ਨਾਲ ਗੱਲ ਕਰਨਗੇ। ਤੋ ਅੱਜ ਦਾ ਸੈਸ਼ਨ ਨਿਭਾਉਂਦੇ ਆ, ਹੋ ਗਈਆਂ ਅਨੇਕ ਪ੍ਰਕਾਰ ਦੀਆਂ ਮੇਰੇ ਵੱਲੋਂ ਜਾਂ ਮੇਰੇ ਪੈਨਲ ਦੇ ਮਹਿਮਾਨ ਵੀਰ ਭੈਣਾਂ ਜਿਹੜੇ ਨੇ, ਹੋਈਆਂ ਗਲਤੀਆਂ ਦੀ ਆਪਸ ਵਿੱਚ ਖਿਮਾ ਮੰਗਦਾ ਹੋਇਆ ਫਤਿਹ ਸਾਂਝੀ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।